ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 7 ਤੇ ਹੇਠਾਂ ਜਾ ਕੇ 34 ਨੰਬਰ ਹੈ। 34 ਪੌੜੀਆਂ ਦੀ ਕਥਾ ਕੱਲ ਪੂਰੀ ਹੋ ਗਈ ਹੈ। ਅੱਜ 35ਵੀਂ ਪੌੜੀ ਦੀ ਕਥਾ ਸ਼ੁਰੂ ਹੋਣੀ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਇਹਨੂੰ ਕਾਨ ਕਹਿੰਦੇ, ਨੰਨੇ ਦੇ ਪੈਰ 'ਚ ਹਾ ਲਾ ਕੇ। ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ। ਇਹ ਬ੍ਰਹਮੇ ਨਹੀਂ ਕਹਿਣਾ, ਬ੍ਰਹਮੇ ਰਾਰੇ 'ਤੇ ਟਿੱਪੀ ਲਾ ਕੇ ਬੋਲਣਾ। ਕੇਤੇ ਬ੍ਰਹਮੇ ਘਾੜਤ ਘੜੀਆਂ, ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਦੇਵੀ ਵਾਵਨ ਬਿਹਾਰੀ ਬਿੰਦੀ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ। ਤਤਨ ਬਿਹਾਰੀ ਬਿੰਦੀ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਧਰਮ ਖੰਡ ਕਾ ਇਹੋ ਧਰਮ, ਜਿਹੜਾ ਪਹਿਲਾਂ ਕੱਲ ਵਰਣਨ ਹੋ ਚੁੱਕਾ ਹੈ, ਜਿਹੜਾ ਰਾਤੀ ਰੁੱਤੀ ਥਿਤੀ ਵਾਰ ਤੋਂ ਸ਼ੁਰੂ ਹੋਇਆ ਸੀ। ਕਹਿੰਦੇ ਧਰਮ ਖੰਡ ਕਾ ਇਹੋ ਧਰਮ, ਜਿਹੜਾ ਪਿੱਛੇ ਵਰਣਨ ਹੋ ਗਿਆ ਧਰਮ ਖੰਡ ਦਾ, ਤਾਂ ਇਹ ਧਰਮ ਹੈ। ਗਿਆਨ ਖੰਡ ਕਾ ਆਖੋ ਕਰਮ, ਹੁਣ ਗਿਆਨ ਖੰਡ ਦੇ ਕਰਮ ਦਾ ਵਰਣਨ ਕਰੋਗੇ। ਹੁਣ ਗਿਆਨ ਖੰਡ ਸ਼ੁਰੂ ਹੋ ਰਿਹਾ ਹੈ। ਕੇਤੇ ਪਵਨ ਪਾਣੀ ਵੈ ਸੰਤ, ਜਦੋਂ ਮਨੁੱਖ ਗਿਆਨ ਖੰਡ 'ਚ ਪਹੁੰਚਦਾ ਹੈ, ਫਿਰ ਉਹਨੂੰ ਪਤਾ ਲੱਗਦਾ ਕੇਤੇ ਪਵਨ ਪਾਣੀ ਵੈ ਸੰਤਰ, ਕਿੰਨੀ ਪ੍ਰਕਾਰ ਦੀ ਹਵਾ ਹੈ, ਕਿੰਨੇ ਪ੍ਰਕਾਰ ਦਾ ਪਾਣੀ ਹੈ, ਕਈ ਪ੍ਰਕਾਰ ਦੀ ਅੱਗ ਹੈ। ਕੇਤੇ ਕਾਨ ਮਹੇਸ਼, ਕਾਨ ਕ੍ਰਿਸ਼ਨ, ਕਿੰਨੇ ਹੀ ਕ੍ਰਿਸ਼ਨ ਜੀ ਨੇ। ਮਹੇਸ਼ ਹੁੰਦੇ ਸ਼ਿਵ ਜੀ, ਅਤੇ ਕਿੰਨੇ ਹੀ ਸ਼ਿਵ ਜੀ ਨੇ। ਆਪਾਂ ਨੂੰ ਤਾਂ ਇੱਕ ਕ੍ਰਿਸ਼ਨ ਮਹਾਰਾਜ ਦਾ ਅਤੇ ਇੱਕ ਸ਼ਿਵ ਜੀ ਦਾ ਪਤਾ ਨਹੀਂ, ਕਿ ਜਦੋਂ ਅਸੀਂ ਗਿਆਨ ਖੰਡ 'ਚ ਪਹੁੰਚਾਂਗੇ ਫਿਰ ਪਤਾ ਲੱਗੇਗਾ ਵੀ ਕਿੰਨੇ ਹੀ ਪ੍ਰਕਾਰ ਦੀ ਹਵਾ ਹੈ, ਕਿੰਨੇ ਪ੍ਰਕਾਰ ਦਾ ਪਾਣੀ ਹੈ, ਕਿੰਨੇ ਪ੍ਰਕਾਰ ਦੀ ਅੱਗ ਹੈ, ਕਿੰਨੇ ਹੀ ਕ੍ਰਿਸ਼ਨ ਨੇ, ਕਿੰਨੇ ਹੀ ਸ਼ਿਵ ਜੀ ਨੇ। ਕੇਤੇ ਬ੍ਰਹਮੇ ਘਾੜਤ ਘੜੀਆਂ, ਰੂਪ ਰੰਗ ਕੇ ਵੇਸ, ਅਤੇ ਕਿੰਨੇ ਹੀ ਬ੍ਰਹਮੇ ਨੇ। ਇੱਕ ਦਾ ਬ੍ਰਹਮਣ, ਕਿੰਨੇ ਹੀ ਬ੍ਰਹਮੇ ਨੇ, ਜੋ ਕਿ ਕਈ ਪ੍ਰਕਾਰ ਦੇ ਰੂਪ ਰੰਗ ਅਤੇ ਵੇਸ ਦੀਆਂ ਘਾੜਤਾਂ ਘੜ ਰਹੇ ਹਨ। ਪਤਾ ਹੀ ਨਹੀਂ ਕਹਿੰਦੇ ਕਿੰਨੇ ਕੁ ਬ੍ਰਹਮੇ ਨੇ। ਕੇਤੀਆਂ ਕਰਮ ਭੂਮੀ, ਕਿੰਨੀਆਂ ਕਰਮ ਭੂਮੀਆਂ ਨੇ। ਕਿਉਂਕਿ ਜਦੋਂ ਜੀਵ ਆਉਂਦਾ ਹੈ, ਉਹ ਕੋਈ ਨਾ ਕੋਈ ਕਰਮ ਤਾਂ ਜ਼ਰੂਰ ਕਰਦਾ ਹੈ। ਚਾਹੇ ਕੀੜਾ ਹੈ ਅਤੇ ਚਾਹੇ ਮਨੁੱਖ ਹੈ, ਚਾਹੇ ਪਸ਼ੂ ਹੈ, ਪੰਛੀ ਹੈ, ਜੋ ਵੀ ਸੰਸਾਰ 'ਤੇ ਹੈ ਉਹ ਕੋਈ ਨਾ ਕੋਈ ਕਰਮ ਤਾਂ ਕਰਦਾ ਹੀ ਹੈ। ਇਸ ਲਈ ਕਹਿੰਦੇ ਕੇਤੀਆਂ ਕਰਮ ਭੂਮੀ, ਕਿੰਨੀਆਂ ਹੀ ਕਰਮ ਭੂਮੀਆਂ ਹਨ। ਮੇਰ ਕੇਤੇ, ਮੇਰ ਪਹਾੜ ਨੂੰ ਕਹਿੰਦੇ ਨੇ, ਕਿੰਨੇ ਹੀ ਪਹਾੜ ਨੇ। ਕੇਤੇ ਧੂਪ ਦੇਸ਼, ਕਿੰਨੇ ਹੀ ਧਰੂ ਭਗਤ ਨੇ, ਜਿਹੜੇ ਸੰਸਾਰ ਨੂੰ, ਲੋਕਾਂ ਨੂੰ ਉੱਥੇ ਉਪਦੇਸ਼ ਦੇ ਰਹੇ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕਿੰਨੇ ਹੀ ਇੰਦਰ ਹਨ, ਕਿੰਨੇ ਹੀ ਚੰਨ ਹਨ, ਕਿੰਨੇ ਸੂਰ ਮੈਨੇ ਸੂਰਜ ਹਨ। ਕੇਤੇ ਮੰਡਲ ਦੇਸ, ਕਿੰਨੇ ਹੀ ਤਾਰਿਆਂ ਦੇ ਸਮੂਹ ਹਨ,
ਕਿੰਨੇ ਹੀ ਦੇਸ਼ ਹਨ, ਵੀ ਪਤਾ ਹੀ ਨਹੀਂ ਕੋਈ ਕਿੰਨੇ ਕੁ ਹਨ। ਪਰਮਾਤਮਾ ਦੀ ਬੇਅੰਤ ਦਾ ਪਤਾ ਜਾ ਕੇ ਲੱਗਦਾ ਵੀ ਪਤਾ ਹੀ ਨਹੀਂ ਉਹਦਾ ਕੀ ਕੁਛ ਬਣਾਇਆ ਉਹਨੇ। ਕੇਤੇ ਸਿੱਧ ਬੁੱਧ ਨਾਥ ਕੇਤੇ, ਪਤਾ ਹੀ ਨਹੀਂ ਕਿੰਨੇ ਕੁ ਸਿੱਧ ਪੁਰਸ਼ ਨੇ, ਕਿੰਨੇ ਹੀ ਬੁੱਧ ਗਿਆਨਵਾਨ ਨੇ, ਕਿੰਨੇ ਨਾਥ ਜੋਗੀ ਨੇ, ਕਿਤੇ ਦੇਵੀ ਵੇਸ, ਅਤੇ ਕਿੰਨੀਆਂ ਹੀ ਕਈ ਪ੍ਰਕਾਰ ਦੀਆਂ ਦੇਵੀਆਂ ਹਨ। ਅੱਡ ਅੱਡ ਵੇਸ, ਅੱਡ ਅੱਡ ਪ੍ਰਕਾਰ ਦੀਆਂ ਦੇਵੀਆਂ ਹਨ। ਕਿਤੇ ਦੇਵ ਦਾਨਵ ਮੁਨ ਕਿਤੇ, ਦੇਵ ਮਨ ਦੇਵਤੇ, ਦਾਨਵ ਮਨ ਰਾਖਸ਼। ਕਿੰਨੇ ਹੀ ਦੇਵਤੇ ਨੇ, ਕਿੰਨੇ ਹੀ ਰਾਖਸ਼ ਨੇ, ਮੁਨ ਕਿਤਨੇ ਰਿਸ਼ੀ ਮੁਨੀ ਨੇ, ਕਿਤੇ ਰਤਨ ਸਮੁੰਦ, ਅਤੇ ਕਿੰਨੇ ਸਮੁੰਦਰ ਨੇ ਜਿਨ੍ਹਾਂ 'ਚ ਰਤਨ ਹਨ। ਕਿੰਨੇ ਹੀ ਰਤਨਾਂ ਨਾਲ ਭਰੇ ਹੋਏ ਸਮੁੰਦਰ ਹਨ। ਕੇਤੀਆਂ ਖਾਣੀ, ਆਪਣ ਦਾ ਪਤਰ ਵਿਚਾਰ ਖਾਣੀਆਂ ਨੇ ਜੀ। ਅੰਡਜ ਜੇਰੇ ਸੇਤਜ ਉਤਪਜ, ਉੱਥੇ ਜਾ ਕੇ ਪਤਾ ਹੀ ਨਹੀਂ ਕਿੰਨੀਆਂ ਖਾਣੀਆਂ ਨੇ। ਕੇਤੀਆਂ ਬਾਣੀ, ਕਿੰਨੀਆਂ ਹੀ ਬਾਣੀਆਂ ਹਨ। ਕੇਤੇ ਪਾਤ ਨਰਿੰਦ, ਬਾਣੀ ਤੋਂ ਪਾ ਬੋਲੀ ਤੋਂ ਹੈ, ਕਿੰਨੀਆਂ ਹੀ ਬੋਲੀਆਂ ਨੇ। ਕਿੰਨੀਆਂ ਹੀ ਉਤਪਤੀ ਦੇ ਸਾਧਨ, ਖਾਣੀ ਉਤਪਤੀ ਦੇ ਸਾਧਨ ਹਨ। ਕੇਤੇ ਪਾਤ, ਕਿੰਨੇ ਹੀ ਪਾਤਸ਼ਾਹ ਹਨ। ਨਰਿੰਦ, ਅਤੇ ਕਿੰਨੇ ਹੀ ਰਾਜੇ ਹਨ। ਨਰ ਇੰਦ, ਮਨੁੱਖਾਂ ਦੇ ਰਾਜੇ, ਭਾਵ ਕਿੰਨੇ ਰਾਜੇ ਨੇ, ਕਿੰਨੇ ਪਾਤਸ਼ਾਹ ਨੇ, ਕਿੰਨੀਆਂ ਹੀ ਬਾਣੀਆਂ ਹਨ, ਕਿੰਨੀਆਂ ਹੀ ਖਾਣੀਆਂ ਹਨ। ਕੇਤੀਆਂ ਸੁਰਤੀ, ਕਿੰਨੀਆਂ ਐਸੀਆਂ ਆਤਮਾਵਾਂ ਨੇ ਜਿਹੜੇ ਸੁਰਤ ਜੋੜ ਕੇ ਰੱਖਦੇ ਪਰਮਾਤਮਾ ਨਾਲ। ਸੇਵਕ ਕਿਤੇ, ਕਿੰਨੇ ਸੇਵਕ ਨੇ, ਨਾਨਕ ਅੰਤ ਨਾ ਅੰਤ, ਉਹਨਾਂ ਦਾ ਕੋਈ ਅੰਤ ਹੀ ਨਹੀਂ ਹੈ। ਗਿਆਨ ਹੈ ਨਾ, ਫਿਰ ਇਹਨੂੰ ਗਿਆਨ ਕਹਿੰਦੇ। ਜਿਨ੍ਹਾਂ ਦਾ ਅਜੇ ਗਿਆਨ ਅਧੂਰਾ ਸੀ ਉਹਨਾਂ ਨੇ ਗਿਣਤੀ ਦੱਸਦੀ ਵੀ ਇੰਨੇ ਨੇ ਜੀ। ਜਿਨ੍ਹਾਂ ਦਾ ਗਿਆਨ ਵਿਸ਼ਾਲ ਸੀ ਉਹਨੂੰ ਫਿਰ ਦੱਸਿਆ ਵੀ ਕੋਈ ਅੰਤ ਨਹੀਂ, ਬੇਅੰਤ ਹੈ। ਜੋ ਕੁਛ ਪਰਮਾਤਮਾ ਨੇ ਬਣਾਇਆ ਉਹ ਬੇਅੰਤ ਬਣਾਇਆ ਹੈ, ਕਿਉਂਕਿ ਬੇਅੰਤ ਦੀ ਬਣਾਈ ਹੋਈ ਚੀਜ਼ ਦੀ ਗਿਣਤੀ ਮਿਣਤੀ ਨਹੀਂ ਹੋ ਸਕਿਆ ਕਰਦੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਗਿਆਨ ਖੰਡ ਦੇ ਵਿੱਚ ਜਾ ਕੇ ਪਤਾ ਲੱਗਦਾ ਵੀ ਗਿਆਨ ਦਾ ਬੜਾ ਤੇਜ਼ ਪ੍ਰਕਾਸ਼ ਹੈ। ਪ੍ਰਚੰਡ ਹੁੰਦਾ ਕਿਸੇ ਚੀਜ਼ ਦਾ ਤੇਜ਼ ਪ੍ਰਕਾਸ਼ ਉਹਨੂੰ, ਜਿਵੇਂ ਅੱਗ ਬਹੁਤ ਬਲਦੀ ਹੈ ਅਤੇ ਕਿੰਨਾ ਚਾਨਣ ਉਹਦਾ ਹੁੰਦਾ। ਗਿਆਨ ਖੰਡ ਦੇ ਵਿੱਚ ਗਿਆਨ ਦਾ ਹੀ ਤੇਜ਼ ਪ੍ਰਕਾਸ਼ ਹੁੰਦਾ ਹੈ। ਤਿੱਥੈ ਨਾਦ ਵਿਨੋਦ ਕੋਡ ਆਨੰਦ, ਨਾਦ ਹੁੰਦਾ ਸੰਗੀਤ, ਉੱਥੇ ਕਈ ਪ੍ਰਕਾਰ ਦੇ ਸੰਗੀਤ ਵੱਜਦੇ ਨੇ। ਵਿਨੋਦ ਰੰਗ ਤਮਾਸ਼ੇ ਨੇ। ਕੋਡ ਕੌਤਕ ਨੇ, ਕਈ ਪ੍ਰਕਾਰ ਦੇ ਕੌਤਕ ਨੇ, ਅਤੇ ਇਹਨਾਂ ਦਾ ਆਨੰਦ ਹੈ, ਆਨੰਦ ਮਾਣਿਆ ਜਾਂਦਾ ਹੈ। ਸੋ ਕਈ ਪ੍ਰਕਾਰ ਦੇ ਉੱਥੇ ਸੰਗੀਤ ਨੇ, ਕਈ ਪ੍ਰਕਾਰ ਦੀਆਂ ਖੇਡਾਂ ਨੇ, ਕਈ ਪ੍ਰਕਾਰ ਦੇ ਮਨ ਪਰਚਾਵੇ ਨੇ, ਜਿਸ ਤੋਂ ਮਨੁੱਖ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਐਕਚੁਅਲੀ ਇੱਥੋਂ ਤੱਕ ਗਿਆਨ ਖੰਡ ਹੈ। ਇਹ ਨੰਬਰ ਜਿਹੜੇ ਨੇ ਦੇਖਣ ਨੂੰ ਅੱਗੇ ਪਿੱਛੇ ਲੱਗਦੇ ਨੇ। ਹੁਣ ਜੀ ਗਿਆਨ ਖੰਡ, ਹਾਲਾਂਕਿ 35ਵਾਂ ਅੱਗੇ ਸ਼ੁਰੂ ਹੋ ਗਿਆ, 36ਵਾਂ ਸ਼ੁਰੂ ਹੋ ਗਿਆ ਸੀ, ਪਰ ਗਿਆਨ ਖੰਡ ਜਾ ਕੇ ਇੱਥੇ ਆਨੰਦ 'ਤੇ ਜਾ ਕੇ ਮੁੱਕਦਾ ਹੈ। ਫਿਰ ਜਾ ਕੇ ਸ਼ਰਮ ਖੰਡ ਕੀ ਬਾਣੀ ਰੂਪ ਸ਼ੁਰੂ ਹੁੰਦਾ ਹੈ। ਸ਼ਰਮ ਫਾਰਸੀ ਦਾ ਸ਼ਬਦ ਹੈ। ਸੱਸੇ ਤੇ ਪੈਰ ਬਿੰਦੀ ਰਾ ਮੰਮਾ। ਸ਼ਰਮ, ਹਾਲਾਂਕਿ ਤੈਨੂੰ ਸ਼ਰਮ ਨਹੀਂ ਆਉਂਦੀ। ਇੱਜ਼ਤ, ਲੱਜਿਆ, ਹਿਆ, ਇਹ ਨਾਮ ਹੈ ਖੰਡ ਦਾ। ਇਹ ਖੰਡਾਂ ਦੇ ਨਾਮ ਨੇ। ਸ਼ਰਮ ਖੰਡ ਕੀ ਬਾਣੀ ਰੂਪ। ਜਿਹੜੇ ਪ੍ਰੋਫੈਸਰ ਸਾਹਿਬ ਸਿੰਘ, ਉਹਨਾਂ ਨੇ ਕਿਹਾ ਇਹ ਸ਼ਰਮ ਹੈ, ਵੀ ਮਿਹਨਤ ਦਾ ਖੰਡ ਹੈ। ਪਰ ਜਿਹੜਾ ਗੁਰਬਾਣੀ ਦੇ ਵਿੱਚ ਸ਼ਰਮ ਸ਼ਬਦ ਆਇਆ ਹੈ, ਜਿੱਥੇ ਵੀ ਆਇਆ ਹੈ, ਉਹ ਸੱਸੇ ਦੇ ਪੈਰ 'ਚ ਰਾਰਾ ਆਇਆ ਹੈ। ਇਹ ਪੂਰਾ ਰਾਰਾ ਹੈ।
ਅਤੇ ਇਸ ਲਈ ਇੱਥੇ ਦੇ ਅਰਥ ਕਰਨ ਦੀ ਲੋੜ ਨਹੀਂ। ਵੀ ਜਿਹੜਾ ਸ਼ਰਮ ਖੰਡ ਜਦੋਂ ਬੰਦਾ ਜਾਂਦਾ ਨਾ, ਖੰਡਾਂ ਦੇ ਨਾਮ ਨੇ ਇਹ, ਜਿਵੇਂ ਧਰਮ ਖੰਡ, ਗਿਆਨ ਖੰਡ, ਅੱਗੇ ਸ਼ਰਮ ਖੰਡ ਹੈ। ਉਹਨਾਂ ਨੇ ਕਿਹਾ ਵੀ ਮਿਹਨਤ ਦਾ ਖੰਡ। ਐਕਚੁਅਲੀ ਤਾਂ ਇਹ ਪਹਿਲਾ ਬੰਦਾ ਧਰਮ 'ਚ ਪ੍ਰਵੇਸ਼ ਕਰਦਾ। ਆ ਸਤ ਸੰਗ ਅਤੇ ਧਰਮ ਖੰਡ। ਸਤ ਸੰਗ 'ਚ ਆ ਕੇ ਫਿਰ ਗਿਆਨ ਪ੍ਰਾਪਤ ਹੁੰਦਾ। ਜਦੋਂ ਗਿਆਨ ਪ੍ਰਾਪਤ ਹੁੰਦਾ ਮਨੁੱਖ ਗਿਆਨ ਖੰਡ 'ਚ ਚਲੇ ਜਾਂਦਾ ਹੈ। ਜਦੋਂ ਗਿਆਨ ਹੁੰਦਾ ਹੈ ਤਾਂ ਫਿਰ ਉਹ ਗਿਆਨ ਦੇ ਅਨੁਸਾਰ ਪ੍ਰਾਪਤੀ ਲਈ ਮਨੁੱਖ ਮਿਹਨਤ ਕਰਦਾ, ਇਸ ਲਈ ਸ਼ਰਮ ਖੰਡ 'ਚ ਪਹੁੰਚਦਾ ਹੈ। ਜਦੋਂ ਮਿਹਨਤ ਕਰਦਾ ਰਹਿੰਦਾ ਫਿਰ ਪਰਮਾਤਮਾ ਦੀ ਉਹਦੀ ਬਖਸ਼ਿਸ਼ ਹੁੰਦੀ ਹੈ, ਉਹਨੂੰ ਕਹਿੰਦੇ ਕਰਮ ਖੰਡ। ਫਿਰ ਉਹ ਕਰਮ ਖੰਡ 'ਚ ਪਹੁੰਚਦਾ ਹੈ। ਫਿਰ ਉੱਥੇ ਭਜਨ ਬੰਦੀ ਲੱਗਾ ਰਹਿੰਦਾ ਇੱਕ ਦਿਨ ਫਿਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਅਤੇ ਉਹ ਸੱਚਖੰਡ 'ਚ ਪਹੁੰਚ ਜਾਂਦਾ ਹੈ। ਪਰ ਇੱਥੇ ਕਿਉਂਕਿ ਵਰਣਨ ਹੈ ਚੀਜ਼ਾਂ ਦਾ, ਇੱਥੇ ਚੀਜ਼ਾਂ ਦਾ ਵਰਣਨ ਹੈ ਵੀ ਜੇ ਤੁਸੀਂ ਧਰਮ ਖੰਡ 'ਚ ਜਾਓਗੇ ਤੁਹਾਨੂੰ ਕੀ ਕੁਛ ਉੱਥੇ ਦਿਸੇਗਾ। ਜਦ ਤੁਸੀਂ ਗਿਆਨ ਖੰਡ ਜਾਓਗੇ ਉੱਥੇ ਤੁਹਾਨੂੰ ਕਿਸ ਕਿਸ ਚੀਜ਼ ਦਾ ਪਤਾ ਲੱਗੇਗਾ। ਜਦ ਤੁਸੀਂ ਸ਼ਰਮ ਖੰਡ 'ਚ ਜਾਓਗੇ ਫਿਰ ਤੁਹਾਨੂੰ ਕਾਹਦਾ ਪਤਾ ਲੱਗੇ, ਬਾਣੀ ਰੂਪ, ਵੀ ਉੱਥੇ ਜਿਹੜੀ ਵੀ ਚੀਜ਼ ਬਣੀ ਹੋਈ ਹੈ ਅਤੀ ਸੁੰਦਰ ਹੈ। ਉੱਥੋਂ ਦੀ ਜਿਹੜੀ ਬਨਾਵਟ ਹੈ, ਜਿਹੜੀ ਬਣਤਰ ਹੈ, ਉਹ ਸੁੰਦਰ ਹੈ। ਤਿੱਥੈ ਕਾੜ ਅਤੇ ਕੜੀਐ ਬਹੁਤ ਅਨੂਪ। ਅਨੂਪ ਹੁੰਦਾ ਅਤੀ ਸੁੰਦਰ, ਹਿੰਦੀ ਸ਼ਬਦ ਹੈ ਅਨੁਪਮ, ਉਸ ਤੋਂ ਬਿਨਾਂ ਅਨੂਪ, ਅਤੀ ਸੁੰਦਰ। ਉੱਥੇ ਅਤੀ ਸੁੰਦਰ ਕਾੜ 'ਤੇ ਘੜੀ ਜਾਂਦੀ ਹੈ। ਸੋ ਉੱਥੇ ਜੋ ਵੀ ਬਣਾਇਆ ਜਾਂਦਾ ਹੈ ਉਹ ਅਤੀ ਸੁੰਦਰ ਬਣਾਇਆ ਜਾਂਦਾ। ਤਾ ਕੀਆਂ ਗੱਲਾਂ ਕਥੀਆਂ ਨਾ ਜਾਹੀਂ। ਤਾ ਜਦੋਂ ਤਾ ਤੋਂ ਬਾਅਦ ਕਾ, ਕੇ, ਕੀ, ਕੀਆਂ, ਸਿਉਂ ਇਸ ਤਰ੍ਹਾਂ ਸ਼ਬਦ ਆ ਜਾਏ ਫਿਰ ਇਹ ਬਿੰਦੀ ਤੋਂ ਬਿਨਾਂ ਬੋਲੇ ਜਾਂਦਾ। ਤਾ ਕੀਆਂ ਉਸ ਦੀਆਂ। ਤਾ ਹਿੰਦੀ ਦਾ ਸ਼ਬਦ ਹੈ, ਅਰਥ ਹੈ ਉਸ। ਕੀਆਂ ਮਾਰ ਦੀਆਂ। ਤਾ ਕੀਆਂ ਗੱਲਾਂ ਕਥੀਆਂ ਨਾ ਜਾਹੀਂ। ਸ਼ਰਮ ਖੰਡ ਦੀ ਜਿਹੜੀ ਗੱਲਾਂ ਨੇ ਨਾ ਉਹ ਵਰਣਨ ਨਹੀਂ ਕੀਤੀਆਂ ਜਾ ਸਕਦੀਆਂ। ਉੱਥੇ ਇੰਨਾ ਕੁਛ ਹੁੰਦਾ ਬੰਦਾ ਕਿ ਉਹਨਾਂ ਨੂੰ ਵਰਣਨ ਕਰ ਹੀ ਨਹੀਂ ਸਕਦਾ ਹੈ। ਜੇ ਕੋ ਕਹੇ ਪਿੱਛੇ ਪਛਤਾਏ, ਅਤੇ ਜੇ ਕੋਈ ਵਰਣਨ ਕਰਦਾ ਵੀ ਹੈ ਤਾਂ ਮਗਰੋਂ ਪਛਤਾਉਂਦਾ ਕਿ ਮੈਂ ਪੂਰਾ ਵਰਣਨ ਨਹੀਂ ਕਰ ਸਕਿਆ, ਨਹੀਂ ਕਰ ਸਕਿਆ। ਜਿਵੇਂ ਜਿਨ੍ਹਾਂ ਲੋਕਾਂ ਨੇ ਪਰਮਾਤਮਾ ਦੇ ਦਰਸ਼ਨ ਕੀਤੇ ਉਹ ਵਰਣਨ ਹੀ ਨਹੀਂ ਕਰ ਸਕੇ। ਵਰਣਨ ਕਰਨ ਲਈ ਸੰਸਾਰੀ ਸ਼ਬਦ ਵਰਤੇ ਜਾਂਦੇ ਨੇ। ਜਿਹੜੇ ਬ੍ਰਹਮੰਡੀ ਗੱਲਾਂ ਨੇ ਉਹ ਸੰਸਾਰੀ ਸ਼ਬਦਾਂ 'ਚ ਨਹੀਂ ਆਉਂਦੀਆਂ ਹੈਗੀਆਂ। ਆਪਾਂ ਜਿਹੜੀ ਵੀ ਗੱਲ ਦੂਜੇ ਨੂੰ ਸਮਝਾਉਂਦੇ ਹਾਂ ਇਹ ਸੰਸਾਰੀ ਸ਼ਬਦ ਵਰਤਦੇ। ਜਿਹੜੀਆਂ ਚੀਜ਼ਾਂ ਉੱਥੇ ਜਾ ਕੇ ਦੇਖੀਆਂ ਜਾਂਦੀਆਂ ਨੇ, ਅਨੁਭਵ ਕੀਤੀਆਂ ਜਾਂਦੀਆਂ ਨੇ, ਉਹ ਸੰਸਾਰ 'ਚ ਹੁੰਦੀਆਂ ਹੀ ਨਹੀਂ। ਦੱਸਣ ਲਈ ਜ਼ਰੂਰੀ ਹੈ ਕਿ ਉਹੋ ਜਿਹੀ ਚੀਜ਼ ਹੋਰ ਵੀ ਕੋਈ ਹੋਵੇ ਤਾਂ ਦੱਸੀ ਜਾ ਸਕਦੀ ਹੈ। ਮੈਂ ਕੋਈ ਚੀਜ਼ ਵੇਖੀ ਹੈ ਸੰਸਾਰ 'ਚ, ਮੈਂ ਉਹੋ ਜਿਹੀ ਕੋਈ ਚੀਜ਼ ਹੀ ਹੋਰ ਕੋਈ ਨਹੀਂ ਵੇਖੀ, ਤਾਂ ਮੈਂ ਕਿਵੇਂ ਦੱਸਾਂਗਾ ਕਿ ਉਹ ਇਹੋ ਜਿਹਾ ਹੈ, ਵੀ ਉਹ ਇਹੋ ਜਿਹਾ। ਉਹੋ ਜਿਹਾ ਦੱਸਣ ਲਈ ਸੰਸਾਰ 'ਚ ਕੋਈ ਉਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ, ਉਹ ਸੰਸਾਰ 'ਚ ਹੁੰਦੀ ਨਹੀਂ। ਇਸ ਲਈ ਉਹਨੂੰ ਸ਼ਬਦਾਂ 'ਚ ਵਰਣਨ ਨਹੀਂ ਕੀਤਾ ਜਾਂਦਾ। ਕਈ ਕਹਿ ਨਹੀਂ ਐਵੇਂ ਕਹਿੰਦੇ ਰੱਬ ਹੈ, ਜੇ ਹੈ ਤਾਂ ਫਿਰ ਜਿਹੜਾ ਜਿਨ੍ਹਾਂ ਨੇ ਰੱਬ ਦੇ ਦਰਸ਼ਨ ਜਿਹਨਾਂ ਨੇ ਦੱਸਿਆ ਕਿਉਂ ਨਹੀਂ ਕਿਹੋ ਜਿਹਾ ਹੈ, ਵੀ ਜੇ ਉਹਨਾਂ ਦਰਸ਼ਨ ਕੀਤੇ ਦੱਸ ਦਿੰਦੇ ਵੀ ਇਹੋ ਜਿਹਾ ਹੈ। ਮੈਂ ਕਿਹਾ ਭਰਾਵਾ ਉਹੋ ਜਿਹੀ ਚੀਜ਼ ਇਸ ਸੰਸਾਰ 'ਚ ਕੋਈ ਨਹੀਂ, ਦੱਸੂਗਾ ਕਿਵੇਂ ਕੋਈ। ਮੰਨ ਲਓ ਲਾਲ ਰੰਗ ਹੈ, ਸਪੋਜ਼ ਕਰੋ ਸੰਸਾਰ 'ਚ ਲਾਲ ਰੰਗ ਹੀ ਨਾ ਹੋਵੇ ਅਤੇ ਕਿਵੇਂ ਕੋਈ ਦੱਸ ਸਕਦਾ ਵੀ ਲਾਲ ਰੰਗ ਇਹੋ ਜਿਹਾ ਹੁੰਦਾ ਜੀ। ਦੱਸਣ ਲਈ ਉਹੋ ਜਿਹੀ ਇੱਕ ਚੀਜ਼ ਹੋਰ ਹੋਣੀ ਤਾਂ ਦੱਸਦੇ ਵੀ ਉਹੋ ਜਿਹੀ ਹੈ, ਜਾਂ ਜੋ ਉਹਦੇ ਤੋਂ ਵਧੀਆ ਹੈ, ਜਾਂ ਉਸ ਤੋਂ ਘਟੀਆ ਹੈ, ਉਸ ਤੋਂ ਵੱਡੀ ਹੈ, ਉਸ ਤੋਂ ਛੋਟੀ ਹੈ, ਉਸ ਤੋਂ ਮੋਟੀ ਹੈ, ਉਸ ਤੋਂ ਪਤਲੀ ਹੈ, ਉਸ ਤੋਂ ਲੰਮੀ ਹੈ, ਉਸ ਤੋਂ ਮਧਰੀ ਹੈ, ਤਾਂ ਹੀ ਦੱਸੇ ਜੇ ਕੋਈ ਚੀਜ਼ ਹੋਵੇ। ਉਹੋ ਜਿਹੀ ਚੀਜ਼ ਹੀ ਕੋਈ ਨਹੀਂ ਹੁੰਦੀ। ਇਸ ਲਈ
ਇਹ ਬ੍ਰਹਿਮੰਡ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸ਼ਬਦਾਂ 'ਚ ਦੱਸੀਆਂ ਹੀ ਨਹੀਂ ਜਾਂਦੀਆਂ, ਉਹ ਅਨੁਭਵ ਕੀਤੀਆਂ ਜਾ ਸਕਦੀਆਂ। ਜਿਵੇਂ ਗਰਮੀ ਹੈ, ਗਰਮੀ ਮਹਿਸੂਸ ਕੀਤੀ ਜਾਂਦੀ ਹੈ, ਦੇਖੀ ਨਹੀਂ ਜਾ ਸਕਦੀ। ਸਰਦੀ ਹੈ, ਸਰਦੀ ਮਹਿਸੂਸ ਕੀਤੀ ਜਾਂਦੀ ਹੈ, ਦੇਖੀ ਨਹੀਂ ਜਾ ਸਕਦੀ। ਕੁਝ ਚੀਜ਼ਾਂ ਨੇ ਜਿਹੜੀਆਂ ਮਹਿਸੂਸ ਕੀਤੀਆਂ ਜਾਂਦੀਆਂ, ਅਨੁਭਵ ਕੀਤੀਆਂ ਜਾਂਦੀਆਂ, ਇਹਨਾਂ ਖੁੱਲ੍ਹੀਆਂ ਅੱਖਾਂ ਨਾਲ ਦੇਖੀਆਂ ਨਹੀਂ ਜਾ ਸਕਦੀ। ਇਸ ਕਰਕੇ ਜੋ ਬ੍ਰਹਮੰਡੀ ਕਈ ਚੀਜ਼ਾਂ ਜੇ ਗੱਲਾਂ ਨੇ ਉਹ ਦੱਸੀਆਂ ਨਹੀਂ ਜਾ ਸਕਦੀਆਂ, ਕਿਉਂਕਿ ਇੱਥੇ ਸੰਸਾਰ 'ਚ ਹੈ ਨਹੀਂ ਹੈਗੀ। ਸੋ ਗੁਰੂ ਮਹਾਰਾਜ ਕਹਿੰਦੇ, ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਦੱਸਦਾ ਵੀ ਹੈ ਤਾਂ ਮਗਰੋਂ ਪਛਤਾਉਂਦਾ ਹੈ, ਕਿਉਂਕਿ ਪੂਰੀ ਤਰ੍ਹਾਂ ਦੱਸ ਨਹੀਂ ਸਕਦਾ, ਉਹ ਜਿਹੀ ਗੱਲਾਂ ਕਰ ਨਹੀਂ ਸਕਦਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉੱਥੇ ਫਿਰ ਸ਼ਰਮ ਖੰਡ 'ਚ ਜਾ ਕੇ ਮਨੁੱਖ ਦੀ ਉੱਚੀ ਸੁਰਤ ਘੜੀ ਜਾਂਦੀ ਹੈ, ਮਤ ਘੜੀ ਜਾਂਦੀ ਹੈ। ਬੁੱਧ ਅਤੇ ਮਤ 'ਚ ਆਮ ਤੌਰ 'ਤੇ ਬੜਾ ਘੱਟ ਫਰਕ ਹੈ, ਪਰ ਬੁੱਧ ਜਿਹੜਾ ਹੈ ਇਹ ਰੱਬੀ ਮਤ ਹੁੰਦੀ ਹੈ। ਜਿਹੜੀ ਆ ਮਤ ਹੈ ਇਹ ਤਾਂ ਆਮ ਸਾਡੀ ਮਤ ਹੈ, ਜਿਹੜੀ ਬੁੱਧ ਹੈ ਇਹ ਰੱਬੀ ਮਤ ਹੈ। ਵੈਸੇ ਤਾਂ ਬੁੱਧ ਮਤ ਸੁਰਤ ਮਨ ਇਹ ਸਾਰਿਆਂ ਦੀ ਵਧੀਆ ਕਾੜ 'ਤੇ ਘੜੀ ਜਾਂਦੀ ਹੈ। ਇਸ ਵੇਲੇ ਤਾਂ ਸਾਡੇ ਜਿਹੜੇ ਘਟਾਵਾ ਜਿਹਾ ਸਭ ਕੁਛ ਹੈ, ਸਾਡੀ ਸੋਚ, ਸਾਡਾ ਮਨ, ਸਾਡੀ ਮਤ, ਉੱਥੇ ਫਿਰ ਜਿਹੜਾ ਹੈ ਇਹ ਬਹੁਤ ਉੱਚੀ ਅਵਸਥਾ 'ਤੇ ਚਲੇ ਜਾਂਦੇ ਨੇ। ਇਹ ਬਹੁਤ ਵਧੀਆ ਇਹਨਾਂ ਦੀ ਘਾੜ 'ਤੇ ਘੜੀ ਜਾਂਦੀ ਹੈ। ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਸੁਰਾਂ ਰਾਰੇ ਨੂੰ ਕੰਨਾ ਬਿੰਦੀ ਲਾ ਕੇ ਪੜ੍ਹਨਾ। ਸੁਰ ਦੇਵਤੇ ਨੂੰ ਕਹਿੰਦੇ ਨੇ। ਸਿੱਧ ਪੁਰਸ਼ ਉਹਨਾਂ ਨੂੰ ਕਿ ਜਿਹਨਾਂ ਸਿੱਧੀ ਪ੍ਰਾਪਤ ਹੋ ਗਈ ਹੋਵੇ। ਸੁਧ ਮੈਨੇ ਸੋਝੀ। ਇੱਕ ਹੁੰਦਾ ਸ਼ੁੱਧ, ਉਹ ਧੱਦੇ ਨੂੰ ਸਿਆਰੀ ਨਹੀਂ ਹੁੰਦੀ। ਸ਼ੁੱਧ ਜਿਹੜਾ ਹੈ ਉਹ ਧੱਦੇ ਨੂੰ ਸਿਆਰੀ ਤੋਂ ਬਿਨਾਂ ਹੁੰਦਾ ਹੈ। ਧੱਦੇ ਨੂੰ ਆਮ ਤੌਰ 'ਤੇ ਔਂਕੜ ਲੱਗਾ ਹੁੰਦਾ ਉਹਨੂੰ। ਜੇ ਧੱਦੇ ਨੂੰ ਸਿਆਰੀ ਲੱਗੀ ਹੋਵੇ ਫਿਰ ਉਹਨੂੰ ਬੋਲਣਾ ਸੁੱਧ। ਅਕਲ ਦੀ ਸੁੱਧ ਬੁੱਧ ਮਾਰੀ ਗਈ ਸੋਝੀ। ਉੱਥੇ ਦੇਵਤਿਆਂ ਵਰਗੀ ਸਿੱਧਾਂ ਵਰਗੀ ਜਿਹੜੀ ਸਾਡੀ ਸੁੱਧ ਹੈ ਸੋਝੀ ਹੈ ਉਹ ਘੜੀ ਜਾਂਦੀ ਹੈ। ਭਾਵ ਸਾਡੀ ਸੋਚ ਜਿਹੜੀ ਹੈ ਬਹੁਤ ਉੱਥੇ ਜਾ ਕੇ ਉੱਚੀ ਹੋ ਜਾਂਦੀ ਹੈ। ਗੱਲ ਤਾਂ ਸੋਚ ਬਦਲਣ ਦਾ ਹੈ। ਬੰਦਾ ਤਾਂ ਉਹੀ ਹੁੰਦਾ ਹੈ। ਭੈੜਾ ਹੋ ਜਾਏ ਤਾਂ ਕਦੇ ਤਾਂ ਰਾਖਸ਼ ਹੈ ਜੀ, ਬਹੁਤ ਚੰਗਾ ਹੋ ਗਿਆ ਇਹ ਤਾਂ ਸਾਧ ਹੈ ਜੀ। ਸੋਚ ਬਦਲਦੀ ਮਨੁੱਖ ਦੀ। ਬਾਹਰੀ ਸਰੀਰ ਤੇ ਉਹੋ ਜਿਹੇ ਰਹਿਣਾ ਹੁੰਦਾ ਹੈ, ਸੋਚ ਬਦਲਦੀ ਹੈ। ਉਹੀ ਬੰਦਾ ਨੀਵੀਂ ਸੋਚ ਹੋ ਗਈ ਚੋਰੀਆਂ ਕਰਨ ਲੱਗ ਜਾਏਗਾ, ਉੱਚੀ ਸੋਚ ਹੋ ਜਾਏਗੀ ਦਾਨ ਕਰਨ ਲੱਗ ਜਾਏਗਾ। ਅੱਗੇ ਕਹਿੰਦੇ ਕਰਮ ਖੰਡ ਕੀ ਬਾਣੀ ਜ਼ੋਰ। ਸ਼ਰਮ ਖੰਡ ਤੋਂ ਬਾਅਦ ਫਿਰ ਕਰਮ ਖੰਡ ਸ਼ੁਰੂ ਹੁੰਦਾ। ਕਰਮ ਖੰਡ ਕੀ ਬਾਣੀ ਜ਼ੋਰ। ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ। ਮਹਾਬਲ, ਇਹਨੂੰ ਮਹਾਬਲ ਨਹੀਂ ਬੋਲਣਾ, ਹੈ ਮਹਾਬਲ ਲਿਖਿਆ ਹੋਇਆ। ਮੰਮੇ ਤੋਂ ਜੇ ਅਗਲੇ ਅੱਖਰ ਨੂੰ ਕੰਨਾ ਲੱਗਾ ਹੋਵੇ ਨਾ ਤਾਂ ਫਿਰ ਉਹ ਕੰਨੇ 'ਤੇ ਬਿੰਦੀ ਲਾ ਕੇ ਬੋਲਿਆ ਜਾਂਦਾ ਹੈ। ਮਹਾਬਲ ਲਿਖਿਆ ਜਾਂਦਾ, ਮਹਾਰਾਜਾ ਬੋਲਿਆ ਜਾਂਦਾ ਮਹਾਰਾਜਾ। ਕਿਉਂਕਿ ਮਹਾ ਸ਼ਬਦ ਜਿਹੜਾ ਬਣਿਆ ਇਹ ਪੂਰਾ ਸ਼ਬਦ ਹੈ ਮਹਾਨ। ਮਹਾਨ ਨੂੰ ਉਰਦੂ ਅਤੇ ਫਾਰਸੀ ਦੇ ਨੰਨਾ ਕੱਟ ਕੇ ਬਿੰਦੀ ਲਾ ਦੇ ਮਹਾਂ। ਇਹ ਜੀ ਮਹਾਂਪੁਰਖ ਨੇ, ਪੁਰਖਾਂ 'ਚ ਮਹਾਨ ਪੁਰਖ। ਮਹਾਨ ਨੂੰ ਸੰਖੇਪ 'ਚ ਮਹਾਂ ਕਹਿੰਦੇ ਨੇ। ਸੋ ਇਸ ਲਈ ਮਹਾਬਲ ਸੂਰ। ਤਿੰਨ ਮਹਿ ਰਾਮ ਰਿਹਾ ਭਰਪੂਰ। ਤਿੱਥੈ ਸੀਤੋ ਸੀਤਾ। ਇਹਨੂੰ ਸੀਤੋ ਸੀਤਾ ਨਹੀਂ ਪੜ੍ਹਨਾ, ਇਹ ਕੋਈ ਬੰਦਾ ਜਨਾਨੀ ਨਹੀਂ ਹੈਗੇ। ਕਿਤੇ ਕਹੋ ਵੀ ਜਿਹੜਾ ਸੀਤਾ ਮਾਤਾ ਅਤੇ ਉਹਨੂੰ ਫਿਰ ਸੀਤੋ ਨਹੀਂ ਨਾ ਕਹਿੰਦਾ ਕੋਈ ਬੰਦਾ। ਹਾਂ, ਫਿਰ ਤਾਂ ਪੂਰਾ ਨਾਮ ਉਹਨਾਂ ਦੇ ਲੈਂਦੇ ਨਾ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ।
ਤਾਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰੇ। ਜਦੋਂ ਉਹ ਹਾਹੇ ਨੂੰ ਸਿਹਾਰੀ ਲੱਗ ਜੇ ਤੇ ਬਹੁਵਚਨ ਹੋ ਜਾਂਦਾ ਹੈ। ਇਸ ਲਈ ਬਹੁਵਚਨ ਹੋ ਗਿਆ, ਇਸ ਲਈ ਅੱਗੇ ਆਏਗਾ ਮਰੇ। ਨਾ ਉਹ ਮਰੇ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੈ ਕੇ ਲੋ। ਲੋਏ ਇੱਕ ਵਚਨ ਹੁੰਦਾ, ਲੋ ਬਹੁਵਚਨ ਹੁੰਦਾ। ਲੋਏ ਮੈਨੇ ਧਰਤੀ, ਲੋ ਮੈਨੇ ਧਰਤੀਆਂ। ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚ ਅੱਗੇ ਫਿਰ ਸੱਚਖੰਡ ਸ਼ੁਰੂ ਹੋ ਜਾਏਗਾ। ਇੱਥੋਂ ਤੱਕ ਸੋਏ ਤੱਕ ਜਿਹੜਾ ਹੈ ਇਹ ਕਰਮਖੰਡ ਹੈ। ਸੋ ਆਪਾਂ ਕਰਮਖੰਡ ਦੇ ਅਰਥ ਕਰਦੇ ਹਾਂ। ਕਰਮਖੰਡ ਕੀ ਬਾਣੀ ਜ਼ੋਰ। ਕਰਮਖੰਡ ਜਿਹੜੀ ਬਣਾਵਟ ਹੈ ਨਾ, ਉਹ ਹੈ ਜ਼ੋਰ। ਉੱਥੇ ਜੋ ਕੁਛ ਵੀ ਹੈ ਉਹ ਬਹੁਤ ਤਾਕਤਵਰ ਹੈ। ਤਿੱਥੈ ਹੋਰ ਨਾ ਕੋਈ ਹੋਰ। ਉੱਥੇ ਕੋਈ ਆਮ ਲੋਕ ਨਹੀਂ ਰਹਿੰਦੇ। ਉੱਥੇ ਕੌਣ ਰਹਿੰਦੇ ਨੇ? ਤਿੱਥੈ ਯੋਧ ਮਹਾਬਲ ਸੂਰ। ਉੱਥੇ ਵੱਡੇ ਵੱਡੇ ਯੋਧੇ ਮਹਾਬਲੀ ਸੂਰਮੇ ਰਹਿੰਦੇ ਨੇ, ਕਿਉਂਕਿ ਬਾਣੀ ਜ਼ੋਰ ਦੀ ਹੈ। ਉੱਥੇ ਬਨਾਵਟ ਹੀ ਜ਼ੋਰ ਤਾਕਤ ਦੀ ਹੈ। ਉੱਥੇ ਤਾਂ ਤਾਕਤਵਰ ਹੀ ਰਹਿੰਦੇ ਨੇ। ਤਿੰਨ ਮਹਿ ਰਾਮ ਰਿਹਾ ਭਰਪੂਰ। ਇਹ ਰਿਕ ਨਿਰੇ ਯੋਧੇ ਨੇ ਤੇ ਮਹਾਬਲੀ ਨੇ ਨਹੀਂ, ਉਹਨਾਂ 'ਚ ਰੱਬ ਵਸਦਾ ਹੈ, ਉਹਨਾਂ 'ਚ ਪਰਮਾਤਮਾ ਵਸਦਾ ਹੈ। ਕਿਉਂਕਿ ਜਿੱਥੇ ਪਰਮਾਤਮਾ ਹੋਏਗਾ ਉਹ ਬੰਦਾ ਵੈਸੇ ਹੀ ਬਹਾਦਰ ਹੋ ਜਾਏ। ਜੇ ਪਰਮਾਤਮਾ ਸਾਡੇ ਅੰਦਰ ਵਸ ਜਾਏਗਾ। ਪਰਮਾਤਮਾ ਤਾਂ ਸਾਡੇ ਅੰਦਰ ਹੈ, ਕਿ ਜਿਹੜਾ ਅੰਦਰ ਹੈ ਉਹਨੇ ਉਹ ਕੀ ਵਸਣਾ ਨਹੀਂ, ਉਹ ਗੁਪਤ ਰੂਪ 'ਚ ਹੈ। ਜਦੋਂ ਪ੍ਰਗਟ ਰੂਪ 'ਚ ਹੋ ਜਾਏਗਾ ਫਿਰ ਅਸੀਂ ਜਿਹੜਾ ਹੈ ਨਿਰਭਉ ਹੋ ਜਾਵਾਂਗੇ। ਫਿਰ ਨਹੀਂ ਸਾਨੂੰ ਕਿਸੇ ਤੋਂ ਡਰ ਲੱਗੇਗਾ, ਫਿਰ ਅਸੀਂ ਨਿਰਭਉ ਹੋ ਜਾਵਾਂਗੇ। ਕਿਉਂ? ਕਿਉਂਕਿ ਪਰਮਾਤਮਾ ਆਪ ਨਿਰਭਉ ਹੈ। ਜਿੰਨਾ ਚਿਰ ਮੇਰੇ ਅੰਦਰ ਪਰਮਾਤਮਾ ਨਹੀਂ ਪ੍ਰਗਟ ਹੁੰਦਾ, ਮੈਨੂੰ ਡਰ ਲੱਗਦਾ ਰਹੇਗਾ, ਡਰ ਲੱਗਦਾ ਰਹੇਗਾ। ਚਲੋ ਮੈਂ ਕੁਝ ਤੋਂ ਨਹੀਂ ਡਰਾਂਗਾ, ਪਰ ਕਈਆਂ ਤੋਂ ਡਰਾਂਗਾ। ਜਦੋਂ ਪਰਮਾਤਮਾ ਅੰਦਰ ਪ੍ਰਗਟ ਹੋ ਗਿਆ, ਮੇਰਾ ਡਰ ਖਤਮ ਹੋ ਗਿਆ। ਜਿੱਥੇ ਪਰਮਾਤਮਾ ਆ ਜਾਂਦਾ ਉੱਥੇ ਡਰ ਰਹਿੰਦਾ ਹੀ ਨਹੀਂ ਹੈ, ਉੱਥੇ ਨਹੀਂ ਡਰ ਰਹਿੰਦਾ, ਨਿਰਭਉ ਆ ਗਿਆ ਹੈ। ਜਿਵੇਂ ਤੁਸੀਂ ਸ਼ੇਰ ਦੀ ਸ਼ਰਨ 'ਚ ਚਲੇ ਜਾਓ, ਫਿਰ ਤੁਸੀਂ ਗਿੱਦੜਾਂ ਤੋਂ ਨਹੀਂ ਡਰੋਗੇ। ਫਿਰ ਗਿੱਦੜਾਂ ਬਘਿਆੜਾਂ ਤੋਂ ਬੰਦਾ ਨਹੀਂ ਡਰਦਾ, ਕਿਉਂਕਿ ਸ਼ੇਰ ਦੇ ਕੋਲ ਚਲਿਆ ਗਿਆ ਹੈ। ਇਸ ਤਰ੍ਹਾਂ ਜਦੋਂ ਅੰਦਰ ਪਰਮਾਤਮਾ ਪ੍ਰਗਟ ਹੁੰਦਾ ਹੈ, ਫਿਰ ਜੋ ਕੁਛ ਵੀ ਲਿਖਿਆ ਹੈ ਨਾ ਮੂਲ ਮੰਤਰ 'ਚ, ਉਹ ਸਭ ਕੁਝ ਪ੍ਰਾਪਤ ਹੋ ਜਾਂਦਾ। ਪਰਮਾਤਮਾ ਹੈ ਤਾਂ ਸਾਡੇ ਸਾਰਿਆਂ 'ਚ, ਪਰ ਅਸਲ ਅਸੀਂ ਲਾਭ ਉਦੋਂ ਪਰਮਾਤਮਾ ਤੋਂ ਉਠਾ ਸਕਦੇ ਜਦੋਂ ਸਾਡੇ ਅੰਦਰ ਪ੍ਰਗਟ ਹੋ ਜਾਏਗਾ। ਫਿਰ ਉਹਦੇ ਵਿੱਚ ਅਤੇ ਸਾਡੇ ਵਿੱਚ ਫਿਰ ਕੋਈ ਫਰਕ ਨਹੀਂ ਰਹੇਗਾ। ਸੋ ਤਾਂ ਕਹਿੰਦੇ ਤਿੰਨ ਮਹਿ ਰਾਮ ਰਿਹਾ ਭਰਪੂਰ, ਉਹਨਾਂ 'ਚ ਪਰਮਾਤਮਾ ਵਸਦਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਸੀਤੋ ਸੀਤਾ ਜੁੜੇ ਹੋਇਆ, ਜਿਵੇਂ ਆਪਾਂ ਦੋ ਕੱਪੜ ਨੂੰ ਸਿਉਂਦੀ ਅਤੇ ਆਪੇ ਜੁੜ ਜਾਂਦੇ ਨਾ, ਉਹ ਉੱਥੇ ਜਿਹੜੇ ਮਨੁੱਖ ਰਹਿੰਦੇ ਨੇ ਉਹ ਪਰਮਾਤਮਾ ਦੀ ਮਹਿਮਾ ਵਿੱਚ ਜੁੜੇ ਰਹਿੰਦੇ ਨੇ ਹਰ ਵਕਤ। ਉਹ ਪਰਮਾਤਮਾ ਅਲੱਗ ਨਹੀਂ ਹੁੰਦੇ, ਉਹ ਹਮੇਸ਼ਾ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ ਅਤੇ ਇਸ ਲਈ ਉਹਦੇ ਨਾਲ ਜੁੜੇ ਰਹਿੰਦੇ ਨੇ। ਪਰਮਾਤਮਾ ਨਾਲ ਜੁੜਨ ਦਾ ਕੀ ਢੰਗ ਹੈ? ਹੁਣ ਅਸੀਂ ਪਰਮਾਤਮਾ ਅੱਡ ਹਾਂ, ਅਸੀਂ ਉਹਦੇ ਨਾਲ ਜੁੜਨਾ, ਉਹਦੀ ਮਹਿਮਾ ਕਰਨੀ ਪਏਗੀ, ਉਹਦੀ ਵਡਿਆਈ ਕਰਦੇ ਰਹੋ, ਵਾਹਿਗੁਰੂ 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 ਕਰਦੇ ਰਹੋ। ਇੱਕ ਦਿਨ ਆਏਗਾ ਅਸੀਂ ਉਹਦੇ ਨਾਲ ਜੁੜ ਜਾਵਾਂਗੇ, ਕਿਉਂਕਿ ਉਹ ਉਸ ਅਵਸਥਾ 'ਤੇ ਮਾਤ ਲੋ ਭਜਨ ਬੰਦਗੀ ਕਰਦੇ 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 ਉਹ ਜਿਹੜਾ ਹੈ ਕਰਮਖੰਡ 'ਚ ਪਹੁੰਚ ਗਏ ਨੇ। ਉੱਥੇ ਹਮੇਸ਼ਾ ਹੀ ਉਹ ਪਰਮਾਤਮਾ ਨਾਲ ਜੁੜੇ ਰਹਿੰਦੇ ਹਨ। ਤਾਕੇ ਰੂਪ ਨਾ ਕਥਨੇ ਜਾਹੇ, ਉਹਨਾਂ ਦੇ ਫਿਰ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ ਜਿਹੜੇ ਕਰਮਖੰਡ 'ਚ ਪਹੁੰਚ ਜਾਂਦੇ ਨੇ। ਨਾ ਉਹ ਮਰੇ ਨਾ ਠਾਗੇ ਜਾਹੇ, ਨਾ ਉਹ ਮਰਦੇ ਨੇ ਨਾ ਉਹਨਾਂ ਨੂੰ ਕੋਈ ਠੱਗ ਸਕਦਾ ਹੈ, ਉਹ ਅਮਰ ਹੋ ਜਾਂਦੇ ਨੇ।
ਉਹਨਾਂ ਨੂੰ ਮਾਇਆ ਠੱਗ ਨਹੀਂ ਸਕਦੀ ਹੈਗੀ। ਸਾਨੂੰ ਤਾਂ ਮਾਇਆ ਠੱਗਦੀ ਰਹਿੰਦੀ, ਕਦੇ ਕੁਛ ਕਰਾਉਂਦੀ, ਕਦੇ ਕੁਛ ਕਰਾਉਂਦੀ ਹੈ। ਮਾਇਆ ਦੀ ਖਾਤਰ ਤਾਂ ਮਨੁੱਖ ਕਦੇ ਆਹ ਪਾਰਟੀ ਛੱਡ ਕੇ ਉਸ ਹੋ ਗਿਆ, ਕਦੇ ਉਹ ਛੱਡ ਕੇ ਉਸ ਹੋ ਗਿਆ, ਟਪੂਸੀਆਂ ਮਾਰਦੇ ਨੇ ਮਾਇਆ ਦੀ ਖਾਤਰ। ਸੋ ਉਹ ਨਾ ਮਰਦੇ ਨੇ, ਨਾ ਉਹਨਾਂ ਨੂੰ ਕੋਈ ਮਾਇਆ ਠੱਗ ਸਕਦੀ ਹੈ। ਜਿਨ ਕੈ ਰਾਮ ਵਸੈ ਮਨ ਮਾਹੀ, ਜਿਨ੍ਹਾਂ ਦੇ ਮਨ 'ਚ ਪਰਮਾਤਮਾ ਵਸ ਜਾਂਦਾ ਨਾ, ਕਹਿੰਦੇ ਫਿਰ ਉਹ ਅਮਰ ਹੋ ਜਾਂਦੇ ਨੇ, ਉਹਨਾਂ ਕੋਈ ਠੱਗ ਨਹੀਂ ਸਕਦਾ। ਤਿੱਥੈ ਭਗਤ ਵਸੈ ਕੇ ਲੋ, ਇਹ ਜਿਹੜਾ ਕਰਮ ਖੰਡ ਹੈ, ਇਹ 'ਚ ਕਈ ਧਰਤੀਆਂ ਜਿਹੜੇ ਭਗਤ ਨੇ ਉਹ ਉੱਥੇ ਇੱਕ ਵਸਦੇ। ਧਰਤੀਆਂ ਪਤਾ ਹੀ ਨਹੀਂ ਕਿੰਨੀਆਂ ਕਿ ਨੇ। ਇਸ ਲਈ ਜਿਹੜਾ ਧਰਤੀ 'ਤੇ ਰਹਿ ਕੇ ਭਜਨ ਬੰਦਗੀ ਕਰ ਕਰਕੇ ਭਗਤ ਬਣ ਜਾਂਦਾ, ਉਹ ਫਿਰ ਕਰਮ ਖੰਡ 'ਚ ਚਲਿਆ ਜਾਂਦਾ। ਉਹ ਫਿਰ ਕਿੱਥੇ ਜਾਂਦਾ? ਉਹ ਕਰਮ ਖੰਡ 'ਚ ਚਲਿਆ ਜਾਂਦਾ। ਤਿੱਥੈ ਭਗਤ ਵਸੈ ਕੇ ਲੋ, ਕੇ ਬਣੇ ਕਈ ਧਰਤੀਆਂ ਦੇ ਭਗਤ ਉੱਥੇ ਵਸਦੇ ਹਨ। ਕਰੈ ਆਨੰਦ ਸੱਚਾ ਮਨ ਸੋਏ, ਕਿਉਂਕਿ ਉਹਨਾਂ ਦੇ ਮਨ 'ਚ ਪਰਮਾਤਮਾ ਹੁੰਦਾ ਹੈ, ਇਸ ਲਈ ਸਦਾ ਆਨੰਦ 'ਚ ਰਹਿੰਦੇ ਨੇ। ਜਦੋਂ ਪਰਮਾਤਮਾ ਮਨ 'ਚ ਵਸ ਜਾਏਗਾ ਤਾਂ ਪਰਮਾਤਮਾ ਹੈਗਾ ਆਨੰਦ ਸਰੂਪ, ਇਸ ਲਈ ਮਨੁੱਖ ਫਿਰ ਆਨੰਦ 'ਚ ਰਹਿੰਦਾ, ਕਿਉਂਕਿ ਜਿਹੜਾ ਆਨੰਦ ਸਰੂਪ ਹੈ ਉਹੀ ਉਹਦੇ ਮਨ 'ਚ ਵਸ ਗਿਆ ਹੈ। ਇੱਥੋਂ ਤੱਕ ਤਾਂ ਸੀ ਕਰਮਖੰਡ, ਵੀ ਉੱਥੋਂ ਦੀ ਬਾਣੀ ਜ਼ੋਰ ਹੈ, ਤਾਕਤ ਹੈ। ਉੱਥੇ ਤਾਕਤਵਾਰ ਹੀ ਰਹਿੰਦੇ ਨੇ, ਉਹਨਾਂ ਤੋਂ ਬਿਨਾਂ ਉੱਥੇ ਹੋਰ ਕੋਈ ਨਹੀਂ ਰਹਿੰਦਾ। ਉੱਥੇ ਵੱਡੇ ਵੱਡੇ ਯੋਧੇ ਮਹਾਬਲੀ ਸੂਰਮੇ ਰਹਿੰਦੇ ਨੇ। ਕਿਉਂ ਨੇ ਉਹ ਯੋਧੇ ਮਹਾਬਲੀ ਸੂਰਮੇ? ਕਿਉਂਕਿ ਤਿੰਨਮੈ ਰਾਮ ਰਿਹਾ ਭਰਪੂਰ, ਕਿਉਂਕਿ ਉਹਨਾਂ ਦੇ ਅੰਦਰ ਪਰਮਾਤਮਾ ਵਸਦਾ ਹੈ। ਉਹ ਜਿਹੜੇ ਜਿੰਨੇ ਉੱਥੇ ਰਹਿੰਦੇ ਕਰਮਖੰਡ ਦੇ, ਸਾਰੇ ਪਰਮਾਤਮਾ ਦੀ ਮਹਿਮਾ ਨਾਲ ਸਿਮਤੇ ਹੁੰਦੇ, ਪਰਮਾਤਮਾ ਦੀ ਮਹਿਮਾ ਕਰਕੇ ਜੁੜੇ ਹੁੰਦੇ ਨੇ। ਉਹਨਾਂ ਦੇ ਰੂਪਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਉਹ ਨਾ ਮਰਦੇ ਨੇ, ਨਾ ਉਹ ਠੱਗੇ ਜਾਂਦੇ ਨੇ, ਕਿਉਂਕਿ ਉਹਨਾਂ ਦੇ ਮਨ 'ਚ ਪਰਮਾਤਮਾ ਵਸਦਾ ਹੈ। ਫਿਰ ਕਰਮਖੰਡ ਦੇ ਕਈ ਧਰਤੀਆਂ ਦੇ ਭਗਤ ਵਸਦੇ ਨੇ, ਉਹਨਾਂ ਦੇ ਮਨ 'ਚ ਪਰਮਾਤਮਾ ਹੁੰਦਾ, ਇਸ ਲਈ ਸਦਾ ਆਨੰਦ 'ਚ ਰਹਿੰਦੇ ਨੇ। ਹੁਣ ਅੱਗੇ ਹੈ, ਅਗਲੀ ਅਵਸਥਾ ਹੈ ਸੱਚਖੰਡ ਦੀ। ਇਸ ਲਈ ਜਦੋਂ ਬੰਦਾ ਸਰੀਰ ਤਿਆਗਦਾ, ਉਹਨੂੰ ਅੱਡ ਜਿਹੜੀ ਹੈ, ਕੋਈ ਧਰਮਖੰਡ 'ਚ ਤਾਂ ਹੈ ਹੀ ਸੀ ਉਹ। ਕਈ ਤਾਂ ਵਿਚਾਰੇ ਧਰਮਖੰਡ 'ਚ ਵੀ ਪ੍ਰਵੇਸ਼ ਨਹੀਂ ਕਰਦੇ, ਸਾਰਾ ਮਨੁੱਖਾ ਜੀਵਨ ਐਵੇਂ ਹੀ ਬੀਤ ਜਾਂਦਾ, ਸਤਸੰਗ 'ਚ ਆਉਂਦਾ ਹੀ ਨਹੀਂ। ਸਤਸੰਗ 'ਚ ਆਉਣਗੇ ਤਾਂ ਹੀ ਧਰਮ ਦਾ ਗਿਆਨ ਹੋਊਗਾ, ਤਾਂ ਹੀ ਧਰਮ 'ਚ ਪ੍ਰਵੇਸ਼ ਕਰਨਗੇ। ਕਈ ਤਾਂ ਸਾਰੀ ਉਮਰ ਧਰਮਖੰਡ 'ਚ ਹੀ ਪ੍ਰਵੇਸ਼ ਨਹੀਂ ਕਰਦੇ, ਉਹਨਾਂ ਗਿਆਨ ਖੰਡ 'ਚ ਕਿੱਥੋਂ ਜਾਣਾ? ਉਹਨੂੰ ਗਿਆਨ ਖੰਡ 'ਚ ਕਿੱਥੋਂ ਜਾਣਾ? ਉਹ ਤਾਂ ਅਗਲੀਆਂ ਅਵਸਥਾਵਾਂ ਨੇ। ਅੱਗੇ ਹੈ ਸੱਚਖੰਡ। ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਸਿਰ ਪਰਮਾਤਮਾ ਵਸਦਾ। ਆ ਜਿੰਨੇ ਭਗਤ ਨੇ, ਗੁਰੂ ਨੇ, ਪੀਰ ਨੇ, ਪੈਗੰਬਰ ਨੇ, ਬ੍ਰਹਮ ਗਿਆਨੀ ਨੇ, ਇਹ ਸਾਰੇ ਕਰਮਖੰਡ 'ਚ ਹੁੰਦੇ ਨੇ। ਪਰ ਦੇਖੋ ਸੱਚਖੰਡ ਨੂੰ ਅੱਡ ਨੰਬਰ ਨਹੀਂ ਦਿੱਤਾ, ਧਿਆਨ ਦੇਣਾ। ਬਾਕੀ ਇਹਨਾਂ ਸਾਰਿਆਂ ਨੂੰ ਅੱਡ ਅੱਡ ਨੰਬਰ ਦਿੱਤਾ ਹੋਇਆ। ਕਰਮਖੰਡ ਦੇ ਵਿੱਚ ਹੀ ਸੱਚਖੰਡ ਦਾ ਅੱਗੇ ਵਰਣਨ ਹੈ। ਐ ਸਮਝਣਾ ਵੀ ਜਿਵੇਂ ਮਹਾਰਾਜਾ ਦਾ ਪੈਲਸ ਹੈ, ਇੱਥੇ ਇਕੱਲਾ ਰਾਜੇ ਦਾ ਪਰਿਵਾਰ ਨਹੀਂ ਰਹਿੰਦਾ, ਹੋਰ ਵੀ ਕਿੰਨੇ ਨੌਕਰ ਚਾਕਰ ਜਿਹੜਾ ਹੈ ਉਹ ਉਸ ਕੰਪਲੈਕਸ 'ਚ ਰਹਿੰਦੇ ਨੇ। ਵਾਈ ਦਾ ਸਾਰਾ ਹੀ ਪੈਲਸ ਹੈ, ਰਾਜੇ ਦਾ ਪੈਲਸ। ਨਿਊ ਮੋਤੀ ਬਨਗੀ ਵਾਈ ਦਾ ਮੋਤੀ ਮਹਿਲ, ਉੱਥੇ ਫਿਰ ਇਕੱਲਾ ਰਾਜਾ ਰਾਣੀ ਨਹੀਂ ਰਹਿੰਦੇ, ਪਤਾ ਹੀ ਨਹੀਂ ਹੋਰ ਕਿੰਨੇ ਕਰਮਚਾਰੀ ਵਿੱਚ ਰਹਿੰਦੇ ਨੇ। ਇਸੇ ਤਰ੍ਹਾਂ ਜਿਹੜਾ ਸੱਚਖੰਡ ਹੈ ਉਹਦੇ ਵਿੱਚ ਹੀ ਕਰਮਖੰਡ ਹੈ। ਪਰ ਜਿਵੇਂ ਰਾਜਾ ਰਾਣੀ ਅੱਡ ਵਿੱਚ ਮਹਿਲ ਹੈ, ਆਮ ਲੋਕਾਂ ਲਈ ਘਰ ਨੇ ਉਹ, ਇਸ ਤਰ੍ਹਾਂ ਵਾਈ ਦਾ ਸਾਰਾ ਹੀ ਰਾਜੇ ਦਾ ਮਹਿਲ ਹੈ। ਇਸ ਤਰ੍ਹਾਂ ਵਾਈ ਦਾ ਸਾਰਾ ਹੀ ਸੱਚਖੰਡ ਹੈ, ਪਰ ਸੱਚਖੰਡ ਦੇ ਵਿੱਚ ਇਕੱਲਾ ਪਰਮਾਤਮਾ ਹੀ ਵਸਦਾ। ਬਾਕੀ ਇਹ ਜਿੰਨੇ ਭਗਤ ਨੇ, ਜਿਹੜੇ ਬ੍ਰਹਮ ਗਿਆਨੀ ਨੇ, ਜਿਹੜੇ ਗੁਰੂ ਪੀਰ ਪੈਗੰਬਰ ਹੋਏ, ਉਹ ਸਾਰੇ ਐਕਚੁਅਲੀ ਸੱਚਖੰਡ ਦਾ ਇੱਕ ਹਿੱਸਾ ਹੈ, ਜਿਹਨੂੰ ਕਹਿੰਦੇ ਨੇ ਕਰਮਖੰਡ। ਇਹ ਤਾਂ ਉੱਥੇ ਸਾਰੇ ਵਸਦੇ। ਤਾਂ ਹੀ ਲਿਖੇ ਨਾ ਤਿੱਥੈ ਭਗਤ ਵਸੈ ਕੇ ਲੋ,
ਉੱਥੇ ਕਈ ਧਰਤੀਆਂ ਦੇ ਭਗਤ ਵਸਦੇ ਹਨ। ਅੱਗੇ ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਜਿੱਥੇ ਪਰਮਾਤਮਾ ਵਸਦਾ ਉਹਦਾ ਨਾਂ ਹੈ ਸੱਚਖੰਡ। ਸੱਚਖੰਡ ਦੇ ਵਿੱਚ ਪਰਮਾਤਮਾ ਵਸਦਾ ਹੈ। ਨਿਰੰਕਾਰ ਦਾ ਸ਼ਬਦੀ ਅਰਥ ਹੈ ਨਿਰ ਆਕਾਰ, ਜਿਹਦਾ ਕੋਈ ਆਕਾਰ ਹੀ ਨਹੀਂ ਹੈ। ਆਕਾਰ ਵੀ ਦੋ ਪ੍ਰਕਾਰ ਦਾ ਹੁੰਦਾ, ਇੱਕ ਨਿਰਗੁਣ, ਇੱਕ ਸਰਗੁਣ। ਇੱਕ ਉਹ ਆਕਾਰ ਹੈ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਹੈ, ਇੱਕ ਉਹ ਆਕਾਰ ਹੈ ਜਿਹੜਾ ਇਹ ਅੱਖਾਂ ਨਾਲ ਨਹੀਂ ਦਿਸਦਾ, ਦਿਵ ਦ੍ਰਿਸ਼ਟੀ ਨਾਲ ਦਿਸਦਾ ਹੈ। ਪਰ ਇੱਕ ਉਹ ਰੂਪ ਹੈ ਜਿਹੜਾ ਨਾ ਦਿਵ ਦ੍ਰਿਸ਼ਟੀ ਨਾਲ ਦਿਸਦਾ, ਨਾ ਇਹਨਾਂ ਅੱਖਾਂ ਨਾਲ ਦਿਸਦਾ, ਉਹਨੂੰ ਕਹਿੰਦੇ ਨਿਰੰਕਾਰ। ਕਿਉਂਕਿ ਜੇ ਆਕਾਰ ਹੋਏਗਾ ਤਾਂ ਉਹ ਦੋ ਤਰੀਕਿਆਂ ਨਾਲ ਦਿਸਦਾ, ਕੋਈ ਵੀ ਆਕਾਰ ਹੋਵੇਗਾ। ਜਾਂ ਤਾਂ ਇਹਨਾਂ ਸਿੱਧੀ ਅੱਖਾਂ ਨਾਲ ਦਿਸਦਾ, ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਹਨਾਂ ਅੱਖਾਂ ਨਾਲ ਨਹੀਂ ਦਿਸਦੀਆਂ। ਜਿਵੇਂ ਕਿਸੇ ਨੂੰ ਭੂਤ ਚੰਬੜੇ ਹੋਏ ਨੇ, ਉਹਨੂੰ ਤਾਂ ਦਿਸ ਰਿਹਾ, ਆਪਾਂ ਨੂੰ ਨਹੀਂ ਦਿਸ ਰਿਹਾ ਹੁੰਦਾ। ਉਹ ਆਪਾਂ ਨੂੰ ਭੂਤ ਨਹੀਂ ਦਿਸਦਾ, ਉਹ ਜਿਹਨੂੰ ਚੰਬੜਿਆ ਉਹਨੂੰ ਤਾਂ ਦਿਸ ਰਿਹਾ, ਉਹਦਾ ਜਿਹੜਾ ਆਕਾਰ ਹੈ ਉਹਨੂੰ ਦਿਸ ਰਿਹਾ, ਸਾਨੂੰ ਨਹੀਂ ਦਿਸ ਰਿਹਾ। ਇਸ ਲਈ ਕੁਝ ਚੀਜ਼ਾਂ ਐਸੀਆਂ ਨੇ ਆਕਾਰ ਤਾਂ ਹੈ ਉਹਨਾਂ ਦਾ, ਸੂਖਸ਼ਮ ਹੈ। ਜਿਹੜਾ ਸਥੂਲ ਆਕਾਰ ਹੈ ਉਹ ਇਹਨਾਂ ਅੱਖਾਂ ਨਾਲ ਦਿਸਦਾ, ਜਿਹੜਾ ਸੂਖਸ਼ਮ ਆਕਾਰ ਹੈ ਉਹ ਦਿਵ ਦ੍ਰਿਸ਼ਟੀ, ਜਿਹੜੇ ਅੰਦਰਲੀ ਅੱਖਾਂ ਜਿਹੜਾ ਦਿਵ ਦ੍ਰਿਸ਼ਟੀ ਉਹਦੇ ਨਾਲ ਦਿਸਦਾ ਹੈ। ਪਰ ਇੱਕ ਐਸਾ ਹੈ ਜੋ ਨਿਰੰਕਾਰ ਹੈ, ਜਿਹਦਾ ਨਾ ਸੂਖਸ਼ਮ ਨਾ ਸਥੂਲ, ਕੋਈ ਆਕਾਰ ਹੀ ਨਹੀਂ ਹੈ, ਉਹਨੂੰ ਅਨੁਭਵ ਕੀਤਾ ਜਾਂਦਾ। ਉਹ ਅਨੁਭਵ ਕੀਤਾ, ਗਰਮੀ ਵੇਖੀ ਨਹੀਂ ਜਾਂਦੀ, ਗਰਮੀ ਅਨੁਭਵ ਕੀਤੀ ਜਾਂਦੀ ਹੈ। ਸਰਦੀ ਦੇਖੀ ਨਹੀਂ ਜਾ ਸਕਦੀ, ਸਰਦੀ ਅਨੁਭਵ ਕੀਤੀ ਜਾਂਦੀ। ਅਲਾ ਕਹਿੰਦੇ ਮੇਰੇ ਸਿਰ 'ਚ ਦਰਦ ਹੈ, ਅਗਲਾ ਵਿਖਾ ਦਰਦ ਕਿੱਥੇ ਹੈ, ਇਹ ਨਹੀਂ ਵੇਖੀ ਜਾ ਸਕਦੀ। ਇਸ ਲਈ ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਹਾਂ, ਉਹ ਆਪ ਹੀ ਜਿਸ 'ਤੇ ਕਿਰਪਾ ਕਰਦਾ ਹੈ ਉਹਨੂੰ ਫਿਰ ਦਰਸ਼ਨ ਦਿੰਦਾ ਹੈ। ਹੁਣ ਜਿਹੜੇ ਉਹਦੇ ਦਰਸ਼ਨ ਨੇ, ਉਹ ਜਿਹਾ ਕੋਈ ਵਿਅਕਤੀ ਸੰਸਾਰ 'ਚ ਹੈ ਹੀ ਨਹੀਂ। ਇਸ ਲਈ ਜੇ ਕੋਈ ਦਰਸ਼ਨ ਕਰ ਵੀ ਲਏਗਾ ਪਰਮਾਤਮਾ ਦੇ, ਉਹ ਦੱਸ ਹੀ ਨਹੀਂ ਸਕਦਾ ਇਹਨਾਂ ਸ਼ਬਦਾਂ 'ਚ ਕਿ ਉਹ ਕਿਹੋ ਜਿਹਾ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ, ਨਹੀਂ ਤਾਂ ਕਈ ਪ੍ਰਸ਼ਨ ਕਰਦੇ ਨੇ ਵੀ ਜੇ ਰੱਬ ਹੈ ਤਾਂ ਵਿਖਾਓ ਜੀ, ਜੇ ਤੁਸੀਂ ਵੇਖੇ ਦੱਸੋ ਜੀ ਕਿਹੋ ਜਿਹਾ ਹੈ। ਉਹ ਦੱਸਿਆ ਹੀ ਨਹੀਂ ਜਾ ਸਕਦਾ। ਦੱਸਣ ਲਈ ਉਹਦੇ ਵਰਗੀ ਸੰਸਾਰ 'ਚ ਕੋਈ ਚੀਜ਼ ਚਾਹੀਦੀ ਹੈ, ਉਹ ਹੈ ਹੀ ਨਹੀਂ ਹੋ ਜਾਏ। ਇਸ ਲਈ ਉਹਨੂੰ ਕਹਿੰਦੇ ਨਿਰੰਕਾਰ। ਸੱਚਖੰਡ ਦੇ 'ਚ ਨਿਰੰਕਾਰ ਵਸਦਾ, ਕਰ ਕਰ ਵੇਖੈ ਨਦਰ ਨਿਹਾਲ। ਉਹ ਜੀਵਾਂ ਨੂੰ ਬਣਾਉਂਦਾ ਹੈ, ਉਹ ਸ੍ਰਿਸ਼ਟੀਆਂ ਨੂੰ ਬਣਾਉਂਦਾ ਹੈ, ਉਹ ਪਤਾ ਨਹੀਂ ਕੀ ਕੁਛ ਬਣਾਉਂਦਾ ਹੈ। ਉਹ ਬਣਾ ਬਣਾ ਕੇ ਫਿਰ ਉਹਨਾਂ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ। ਨਦਰ ਨਿਹਾਲ, ਨਦਰ ਨਾਲ, ਕਿਰਪਾ ਦ੍ਰਿਸ਼ਟੀ ਨਾਲ, ਨਿਹਾਲ ਦਾ ਵੇਖਣਾ। ਜੋ ਫਿਰ ਉਹਨੇ ਬਣਾਇਆ ਹੈ ਉਸ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ ਹੈ, ਕਿਉਂਕਿ ਕਿਰਪਾਲੂ ਹੈ ਨਾ। ਕਿਰਪਾਲੂ ਬੰਦਾ ਜਦੋਂ ਕਿਸੇ ਵੱਲ ਵੇਖੇਗਾ ਕਿਰਪਾ ਦ੍ਰਿਸ਼ਟੀ ਨਾਲ ਵੇਖੇਗਾ। ਦਿਆਲੂ ਜਦੋਂ ਵੀ ਕਿਸੇ ਵੱਲ ਤੱਕੇਗਾ ਦਇਆ ਨਾਲ ਤੱਕੇਗਾ। ਇਸ ਲਈ ਉਹ ਨਾਰਾਜ਼ ਨਹੀਂ ਹੁੰਦਾ, ਸਗੋਂ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ ਹੈ ਜੋ ਕੁਛ ਵੀ ਉਸਨੇ ਬਣਾਇਆ ਹੈ। ਤਿੱਥੈ ਖੰਡ ਮੰਡਲ ਬ੍ਰਹਮੰਡ, ਉੱਥੇ ਜਾ ਕੇ ਪਤਾ ਲੱਗਦਾ ਪਤਾ ਨਹੀਂ ਕਿੰਨੇ ਖੰਡ, ਕਿੰਨੇ ਮੰਡਲ ਅਤੇ ਕਿੰਨੇ ਬ੍ਰਹਮੰਡ ਨੇ। ਉੱਥੇ ਜਾ ਕੇ ਪਤਾ ਲੱਗਦਾ ਬਈ ਇਹ ਆਪਾਂ ਨੂੰ ਤਾਂ ਇਹਨਾਂ ਬ੍ਰਹਮੰਡ ਦਾ ਹੀ ਪਤਾ ਹੈ ਵੀ ਸੂਰਜ ਹੈ, ਉਹਦੇ 9 ਗ੍ਰਹਿ ਨੇ। ਹੁਣ 10ਵਾਂ ਗ੍ਰਹਿ ਵੀ ਲੱਭ ਲਿਆ ਗਿਆ ਹੈ। ਆਪਾਂ ਨੂੰ ਤਾਂ ਪਤਾ ਇਹ 9 ਗ੍ਰਹਿ ਨੇ, ਉਹਨਾਂ 'ਤੇ ਜੋ ਜੀਵ ਰਹਿੰਦੇ ਸਾਰੇ ਰਲਾ ਕੇ ਬ੍ਰਹਮੰਡ ਕਹਿੰਦੇ ਨੇ। ਪਰ ਸੱਚਖੰਡ 'ਚ ਜਾ ਕੇ ਪਤਾ ਲੱਗਦਾ ਵੀ ਪਤਾ ਹੀ ਨਹੀਂ। ਤਿੱਥੈ ਖੰਡ ਮੰਡਲ ਬ੍ਰਹਮੰਡ, ਜੇ ਕੋ ਕਥੈ ਤਾਂ ਅੰਤਰੰਤ, ਜੇ ਕੋਈ ਦੱਸਣਾ ਚਾਹੇ ਵੀ ਇੰਨੇ ਨੇ ਜੀ, ਉਹਦਾ ਅੰਤ ਹੀ ਕੋਈ ਨਹੀਂ ਹੈਗਾ।
ਹੁਣ ਤਾਂ ਕੋਈ ਅੰਤ ਨਹੀਂ। ਉਹ ਬੇਅੰਤ ਬ੍ਰਹਿਮੰਡ ਨੇ, ਬੇਅੰਤ ਖੰਡ ਨੇ, ਬੇਅੰਤ ਮੰਡਲ ਨੇ। ਉੱਥੇ ਜਾ ਕੇ ਪਤਾ ਲੱਗਦਾ। ਫਿਰ ਦ੍ਰਿਸ਼ਟੀ ਵਿਸ਼ਾਲ ਹੋ ਜਾਂਦੀ ਹੈ, ਫਿਰ ਸਾਡੀ ਸੋਚ ਵਿਸ਼ਾਲ ਹੋ ਜਾਂਦੀ ਹੈ। ਅਜੇ ਤਾਂ ਸੋਚ ਸਾਡੀ ਸੰਕੀਰਣ ਹੈ, ਫਿਰ ਵਿਸ਼ਾਲ ਹੋ ਜਾਂਦੀ ਹੈ। ਜਦੋਂ ਸੋਚ ਵਿਸ਼ਾਲ ਹੁੰਦੀ ਹੈ, ਫਿਰ ਮਨੁੱਖ ਦੇ ਅੰਦਰੋਂ ਧਰਮ, ਜਾਤ ਪਾਤ ਇਹ ਵਖਰੇਵੇਂ ਖਤਮ ਹੋ ਜਾਂਦੇ ਨੇ। ਫਿਰ ਉਹਦੇ ਮਨ 'ਚ ਰਹਿੰਦੇ ਸਾਡੇ ਧਰਮ ਦਾ ਜੀ, ਬੇਗਾਨੇ ਧਰਮ ਦਾ ਹੈ, ਸਾਡੀ ਜਾਤ ਦਾ ਬੇਗਾਨੀ ਜਾਤ ਦਾ ਜੀ, ਇਹ ਸਾਡੇ ਦੇਸ਼ ਦਾ ਬੇਗਾਨੇ ਦੇਸ਼ ਦਾ, ਸਾਡੀ ਸਟੇਟ ਦਾ ਬੇਗਾਨੀ ਸਟੇਟ ਦਾ, ਇਹ ਸਾਡੀ ਬੋਲੀ ਹੈ, ਇਹ ਦੂਜੀ ਬੋਲੀ ਦਾ। ਉਹ ਵਖਰੇਵੇਂ ਖਤਮ ਹੋ ਜਾਂਦੇ। ਇਹ ਤਾਂ ਜਦੋਂ ਸੋਚ ਨੀਵੀਂ ਹੁੰਦੀ ਹੈ, ਉਦੋਂ ਹੀ ਕੋਈ ਆਪਾਂ ਨੂੰ ਲੱਗਦਾ ਇਸ ਤਰ੍ਹਾਂ, ਇਹ ਜੀ ਮੁਸਲਮਾਨ ਹੈ ਜੀ, ਇਹ ਸਿੱਖ ਹੈ ਜੀ, ਈਸਾਈ ਹੈ ਜੀ, ਹਿੰਦੂ ਹੈ। ਜਦੋਂ ਬਾਹਰੋਂ ਵੇਖਾਂਗੇ, ਇੱਕ ਬਾਹਰਲੀ ਦ੍ਰਿਸ਼ਟੀ ਹੈ, ਬਾਹਰੋਂ ਤਾਂ ਦੇਖ ਪਾ ਵੀ ਇਹ ਮੁਸਲਮਾਨ ਹੈ, ਈਸਾਈ ਹੈ, ਸਿੱਖ ਹੈ, ਹਿੰਦੂ ਹੈ, ਫਲਾਣਾ ਪਤਾ ਲੱਗ ਜਾਏ, ਬੋਧੀ ਹੈ, ਜੈਨੀ ਹੈ। ਇਹ ਤਾਂ ਬਾਹਰ ਹੈ। ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਉੱਚੀ ਅਵਸਥਾ ਹੁੰਦੀ ਹੈ, ਫਿਰ ਸਾਰਿਆਂ ਦੇ ਅੰਦਰ ਪਰਮਾਤਮਾ ਵਸਦਾ। ਫਿਰ ਉਹ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਂਦਾ। ਇਹ ਖੱਲ ਜੀ ਦਿਸਣੋਂ ਹਟ ਜਾਂਦੀ ਹੈ, ਇਹ ਬਾਹਰਲਾ ਚਮੜਾ ਦਿਸਣੋਂ ਹਟ ਜਾਂਦਾ ਹੈ। ਅੰਦਰ ਜੋ ਭਗਵਾਨ ਵਸਦਾ ਉਹ ਦਿਸਦਾ। ਫਿਰ ਅਤੇ ਜਦੋਂ ਉਹ ਦਿਸਦਾ, ਫਿਰ ਬਾਣੀ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆਮ ਕਹੂਗਾ ਕਿ ਅੱਛਾ ਪਰਮਾਤਮਾ ਬਿਨ ਹੋਰ ਕੁਛ ਹੈ ਹੀ ਨਹੀਂ। ਅਤੇ ਆਹ ਜਿਹੜੇ ਬੰਦੇ ਬੈਠੇ ਨੇ, ਕੁੱਤੇ ਨੇ, ਬਿੱਲੀਆਂ ਨੇ, ਇਹ ਕੀ ਨੇ? ਜਦੋਂ ਨਾ ਸਮਝ ਆਵੇ ਤਾਂ ਜਦੋਂ ਬਾਣੀ ਦੀ ਲਾਈਨ ਬੋਲਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਵੀ ਪਰਮਾਤਮਾ ਤੋਂ ਬਿਨ ਹੋਰ ਕੁਛ ਨਹੀਂ। ਅਤੇ ਉਹ ਕਹੂਗਾ ਆਹ ਜਿਹੜੇ ਅਸੀਂ ਬੈਠੀ ਹਾਂ, ਆਹ ਜਿਹੜੇ ਘਰ ਘਾਟ ਨੇ, ਕੁੱਤੇ ਬਿੱਲੀਆਂ, ਪਸ਼ੂ ਪੰਛੀ ਜਾਨਵਰ ਨੇ, ਇਹ ਫਿਰ ਕੀ ਨੇ? ਇਹ ਕੀ ਨੇ? ਅਸਲ ਹੁਣ ਤਾਂ ਸਾਨੂੰ ਬਾਹਰੋਂ ਦਿਸਣ ਕਰਕੇ ਹੈ, ਅੰਦਰ ਤਾਂ ਆਤਮਾ ਸਭ ਦੇ ਉਹੀ ਹੈ। ਆਤਮਾ ਤਾਂ ਕੀੜੇ 'ਚ ਵੀ ਉਹੀ ਹੈ ਅਤੇ ਸਾਡੇ 'ਚ ਵੀ ਉਹੀ ਹੈ। ਆਤਮਾ ਤਾਂ ਉਹੀ ਹੈ। ਫਿਰ ਇਹ ਬਾਹਰ ਸਰੀਰ ਜਿਹੜਾ ਨਾ, ਇਹ ਦਿਸਣ ਹਟ ਜਾਂਦਾ। ਅੰਦਰ ਹੈ ਉਹ ਦਿਸਦਾ। ਜਿਵੇਂ ਤੁਸੀਂ ਐਕਸਰੇ ਮਸ਼ੀਨ ਹੈ, ਤੁਹਾਡੇ ਉਹਦੇ ਸਾਹਮਣੇ ਖੜ੍ਹਾ ਕਰ ਲਿਆ, ਤੁਹਾਡਾ ਉਹਨੇ ਤੁਹਾਡੇ ਅੰਦਰ ਕੀ ਹੈ ਉਹਦੀ ਫੋਟੋ ਖਿੱਚਣੀ ਹੈ। ਉਹਨੇ ਅੰਦਰ ਦੀ ਫੋਟੋ ਖਿੱਚਣੀ ਹੈ ਨਾ, ਬਾਹਰਲੀ ਨਹੀਂ ਖਿੱਚਣੀ, ਅੰਦਰਲੀ ਫੋਟੋ ਖਿੱਚਣੀ। ਐਕਸਰੇ ਅੰਦਰ ਵੇਖਦਾ, ਉਹ ਬਾਹਰਲੀ ਚਮੜੀ ਨੂੰ ਵੇਖਦਾ, ਅੰਦਰ ਵੇਖਦਾ। ਇਸੇ ਤਰ੍ਹਾਂ ਜਦੋਂ ਸਾਡੀ ਸੋਚ ਉੱਚੀ ਹੁੰਦੀ ਹੈ, ਸਾਡੀ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਉਦੋਂ ਸਾਨੂੰ ਇਹ ਬਾਹਰਲੇ ਚਮੜੇ ਦਿਸਣੋਂ ਹਟ ਜਾਂਦੇ ਨੇ। ਇਹਦੇ ਵਿੱਚ ਜੋ ਪਰਮਾਤਮਾ ਹੈ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਨਾਮਦੇਵ ਜੀ ਦੀ ਰੋਟੀ ਜਦੋਂ ਕੁੱਤਾ ਚੱਕ ਕੇ ਲੈ ਗਿਆ, ਤਾਂ ਨਾਮਦੇਵ ਜੀ ਬਾਹਰਲਾ ਕੁੱਤਾ ਨਹੀਂ ਦਿਸ ਰਿਹਾ, ਕੁੱਤੇ ਦੇ ਵਿੱਚ ਜੋ ਭਗਵਾਨ ਹੈ ਉਹ ਦਿਸ ਰਿਹਾ। ਅਤੇ ਉਹ ਜਾ ਰਿਹਾ ਰੋਟੀ ਲੈ ਕੇ, ਅਤੇ ਨਾਮਦੇਵ ਭਗਵਾਨ ਜੀ ਵੀ ਠਹਿਰ ਜਾਓ, ਮੈਨੂੰ ਚੌਪੜ 'ਤੇ ਲੈਣ ਦਿਓ, ਅਤੇ ਮੈਂ ਰੋਟੀ ਚੌਪੜੀ ਨਹੀਂ, ਰੋਟੀ 'ਤੇ ਚਪੜਵਾ ਲਓ। ਲੋਕਾਂ ਲਈ ਤਾਂ ਫਿਰ ਪਾਗਲ ਹੀ ਹੈ ਨਾ, ਲੋਕਾਂ ਦਾ ਪਾਗਲ ਹੀ ਲਵੇ ਅਤੇ ਪਾਗਲ ਹੈ ਨਾਮਦੇਵ ਦਾ। ਅਤੇ ਭਗਵਾਨ ਤੇ ਪਤਾ ਸੀ ਉਹ ਤਾਂ ਕੁੱਤਾ ਬਣ ਕੇ ਆਇਆ ਹੋਇਆ ਸੀ। ਭਗਵਾਨ ਕੋਈ ਵੀ ਰੂਪ ਧਾਰ ਕਰ ਸਕਦਾ ਹੈ। ਵੈਸੇ ਕਹਿੰਦੇ ਜੋ ਦੀਸੈ ਸੋ ਤੇਰਾ ਰੂਪ, ਆ ਜੋ ਇਹਨਾਂ ਅੱਖਾਂ ਨਾਲ ਦਿਖਾਈ ਦੇ ਰਿਹਾ ਉਹ ਪਰਮਾਤਮਾ ਦੇ ਰੂਪ ਹੈ। ਪਰ ਨਹੀਂ, ਮੈਂ ਵੇਖਦਾ ਅਤੇ ਮੈਨੂੰ ਤਾਂ ਕੁੱਤਾ ਦਿਸਣਾ ਸੀ ਅਤੇ ਮੈਂ ਡੰਡਾ ਮਾਰਨਾ ਸੀ। ਹਾਲਾਂਕਿ ਉਹਨੇ ਰੋਟੀ ਮੇਰੀ ਮੰਨ ਲਓ ਚੱਕ ਲਈ, ਮੈਂ ਇਸ ਤਰ੍ਹਾਂ ਇੱਕ ਵਾਰੀ ਰੋਟੀ ਪਕਾ ਰਿਹਾ, ਠੀਕ ਹੈ, ਪਕਾ ਕੇ ਇੱਕ ਰੱਖ ਲਈ, ਦੂਜੀ ਉੱਤੇ ਤਵੇ 'ਤੇ ਪਾਈ ਹੈ, ਅਤੇ ਮੈਨੂੰ ਯਾਦ ਆ ਗਿਆ ਮੈਂ ਜੇ ਹੁਣ ਕੋਈ ਕੁੱਤਾ ਮੇਰੀ ਰੋਟੀ ਚੱਕ ਕੇ ਲੈ ਜਾਏ ਨਾ, ਸ਼ਾਇਦ ਮੈਂ ਵੇਲਣਾ ਜਿਹੜਾ ਉਹਦੇ ਮਾਰਾਂ ਵੀ ਤੂੰ ਮੇਰੀ ਰੋਟੀ ਲੈ ਗਿਆ, ਮਸਾਂ ਮੈਂ ਪਕਾਈ ਗਰਮੀਆਂ 'ਚ। ਹਾਲਾਂਕਿ ਜੋ ਸੁੱਟ ਵੀ ਦੇਵੇਗਾ ਵੇਲਣਾ ਖਾ ਕੇ, ਉਹ ਰੋਟੀ ਤਾਂ ਮੇਰੇ ਕੰਮ ਕੋਈ ਨਹੀਂ ਹੈਗੀ, ਉਹ ਮੇਰੇ ਕੰਮ ਦੇਣੀ ਕੋਈ ਨਹੀਂ ਹੈ ਜੀ, ਲੈ ਗਿਆ। ਪਰ ਨਹੀਂ, ਮੈਂ ਸੋਚ ਰਿਹਾ ਸੀ ਵੀ ਹਾਂ ਮੈਂ ਇੰਨੀ ਗਰਮੀ 'ਚ ਦੇ ਵਿੱਚ ਜਿਹੜਾ ਹੈ, ਉਦੋਂ ਸਟੋਵ ਹੁੰਦੇ ਸਨ, ਸਟੋਵ 'ਤੇ ਰੋਟੀ ਪਕਾ ਰਿਹਾ, ਵੀ ਇਹ ਕੁੱਤਾ ਚੱਕ ਕੇ ਲੈ ਗਿਆ। ਕਿਉਂਕਿ ਮੈਨੂੰ ਤਾਂ ਕੁੱਤੇ ਦਿਸਣਾ ਸੀ ਨਾ,
ਜਿਵੇਂ ਸਾਨੂੰ ਸਾਰਿਆਂ ਦਾ ਕੁੱਤਾ ਕੁੱਤੇ ਦੇਖਦਾ ਨਾ, ਪਰ ਨਹੀਂ, ਜਿਵੇਂ ਐਕਸਰੇ ਹੁੰਦਾ ਨਾ, ਉਹ ਬਾਹਰੋਂ ਨਹੀਂ ਵੇਖਦਾ, ਉਹ ਅੰਦਰ ਵੇਖਦਾ ਹੈ। ਹਾਂ, ਉਹ ਸਾਡੇ ਅੰਦਰ ਫੇਫੜੇ ਵੇਖਦੇ, ਸਾਨੂੰ ਬਾਹਰੋਂ ਨਹੀਂ ਫੇਫੜੇ ਦਿਸ ਰਹੇ ਆਪਣੇ, ਐਕਸਰੇ ਫੇਫੜੇ ਅੰਦਰੋਂ ਵੇਖ ਰਹੇ, ਇਹਦੇ ਅੰਦਰ ਕੀ ਹੈ। ਐਂ ਹੀ ਦਿਵ ਦ੍ਰਿਸ਼ਟੀ ਹੈ, ਉਹ ਬਾਹਰੋਂ ਨਹੀਂ ਵੇਖਦੀ, ਅੰਦਰ ਵੇਖਦੀ ਅੰਦਰ ਕੀ ਹੈ। ਉਹ ਜਦੋਂ ਫਿਰ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਅੰਦਰ ਭਗਵਾਨ ਦਿਸਦਾ ਹੈ, ਉੱਥੇ ਜਾ ਕੇ ਬੰਦਾ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਅਵਸਥਾ 'ਚ ਜਾ ਕੇ ਤਾਂ ਥੋੜ੍ਹਾ ਡਿਟੇਲ 'ਚ ਸਮਝਾਇਆ ਹੈ। ਨਹੀਂ ਤਾਂ ਅਗਲਾ ਕਹਿੰਦਾ ਕਿ ਭਗਵਾਨ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਔਰ ਇੰਨੇ ਜਾਨਵਰ, ਇੰਨੇ ਕੀੜੇ ਮਕੌੜੇ, ਇੰਨੇ ਪਸ਼ੂ, ਇੰਨੇ ਫਲਾਣਾ, ਵੀ ਇਹ ਭਗਵਾਨ ਨਹੀਂ ਹੈ। ਭਗਵਾਨ ਹੈ। ਬੜਾ ਅਜੀਬ ਜਿਹਾ ਇਹ ਲਾਈਨ ਉਦੋਂ ਲੱਗਦੀ ਹੈ, ਪਰ ਜਦੋਂ ਸਮਝ ਆ ਜਾਏ ਫਿਰ ਹੁੰਦਾ ਵੀ ਹਾਂ ਵਾਕਈ ਜਿਨ੍ਹਾਂ ਦੀ ਦਿਵ ਦ੍ਰਿਸ਼ਟੀਆਂ ਖੁੱਲ੍ਹੀਆਂ ਹੋਈਆਂ ਹਨ, ਉਹਨਾਂ ਨੂੰ ਫਿਰ ਸਭ ਭਗਵਾਨ ਹੀ ਭਗਵਾਨ ਨਜ਼ਰ ਆਉਂਦਾ ਹੈ। ਉੱਥੇ ਜਾ ਫਿਰ ਆਪਣਾ ਬੇਗਾਨਾ ਆਪੇ ਖਤਮ ਹੋ ਗਿਆ, ਦੁਸ਼ਮਣ ਦੋਸਤ ਖਤਮ ਹੋ ਗਿਆ, ਦਵੈਤ ਭਾਵ ਉੱਥੇ ਜਾ ਕੇ ਖਤਮ ਹੋ ਜਾਂਦਾ। ਉੱਥੇ ਫਿਰ ਆਪਣਾ ਬੇਗਾਨਾ ਰਹਿੰਦਾ ਹੀ ਨਹੀਂ। ਆਪਣੇ 'ਚ ਵੀ ਭਗਵਾਨ ਦਿਸ ਰਿਹਾ, ਜਿਹਨੂੰ ਬੇਗਾਨਾ ਸੀ ਉਹਦੇ 'ਚ ਹੀ ਭਗਵਾਨ ਦਿਸ ਰਿਹਾ ਹੈ। ਭਗਵਾਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਆਪਣੇ ਸੇਵਕ ਸਾਥੀ ਭਗਤ ਸਿੰਘ ਦੇ ਨਾਲ ਵਾਪਸ ਆ ਰਹੇ ਹਜ਼ੂਰ ਸਾਹਿਬ ਤੋਂ, ਅਤੇ ਪਗਡੰਡੀਆਂ ਉਹਦੀਆਂ ਹੁੰਦੀ ਤਰ੍ਹਾਂ ਸੜਕਾਂ ਨਹੀਂ ਸਨ ਹੁੰਦੀਆਂ, ਕਿਉਂਕਿ 1927 ਦੇ ਵਿੱਚ ਸੰਤ ਅਤਰ ਸਿੰਘ ਮਹਾਰਾਜ ਸਰੀਰ ਤਿਆਗ ਗਏ ਸਨ, ਅਤੇ ਇਹ ਤਾਂ 1901 ਜਾਂ 2 ਸਨ ਦੀ ਗੱਲ ਹੈ ਜਿਹੜੀ ਮੈਂ ਸੁਣਾਉਣ ਲੱਗਾ। ਅੱਜ ਤੋਂ 120 ਸਾਲ ਪਹਿਲਾਂ ਅੱਜ ਦੀ ਤਰ੍ਹਾਂ ਸੜਕਾਂ ਕੋਈ ਨਹੀਂ, ਪਗਡੰਡੀਆਂ ਹੁੰਦੀਆਂ ਸਨ। ਸਾਹਮਣੇ ਸ਼ੇਰ ਆ ਰਿਹਾ ਹੈ, ਅੱਗੇ ਸੰਤ ਅਤਰ ਸਿੰਘ ਮਹਾਰਾਜ, ਮਗਰ ਭਗਤ ਸਿੰਘ ਜਾ ਰਿਹਾ। ਭਗਤ ਸਿੰਘ ਤੋਂ ਨਾ ਬੋਲ ਨਹੀਂ ਹਾਂ, ਡਰ ਗਿਆ ਸ਼ੇਰ ਤੋਂ, ਵੀ ਪਗਡੰਡੀ 'ਤੇ ਆ ਰਿਹਾ ਸੀ, ਵੀ ਜਾ ਰਿਹਾ, ਇਹ ਤਾਂ ਸਾਨੂੰ ਮਾਰੂਗਾ। ਉਹ ਇੰਨਾ ਡਰ ਗਿਆ, ਬੋਲ ਹੀ ਨਹੀਂ ਸਕਿਆ, ਅਤੇ ਭੱਜ ਕੇ ਨਾ ਦਰਖਤ 'ਤੇ ਚੜ੍ਹ ਗਿਆ। ਮਹਾਂਪੁਰਖ ਉਸੇ ਤਰ੍ਹਾਂ ਜਾ ਰਹੇ ਨੇ, ਸ਼ੇਰ ਮਹਾਂਪੁਰਖਾਂ ਦੇ ਕੋਲੋਂ ਲੰਘ ਗਿਆ, ਅੱਗੇ ਜਾਂਗੇ ਭਗਤ ਸਿੰਘ ਦੇ ਕੋਲੋਂ ਵੀ ਲੰਘ ਗਿਆ ਹੈ, ਅੱਗੇ ਚਲਿਆ ਗਿਆ ਹੈ। ਭਗਤ ਸਿੰਘ ਉਤਰਿਆ, ਮਗਰ ਭੱਜੇ ਜਾਂਦੇ, ਬਾਬਾ ਜੀ ਬਾਬਾ ਜੀ। ਕਹਿੰਦੇ ਕੀ ਹੋ ਗਿਆ ਭਗਤ ਸਿੰਘ? ਕਹੇ ਜੀ ਤੁਸੀਂ ਸ਼ੇਰ ਨਹੀਂ ਵੇਖਿਆ? ਕਹਿੰਦੇ ਭਗਤ ਸਿੰਘ ਜਿਹੜਾ ਤੂੰ ਸ਼ੇਰ ਵੇਖਿਆ ਉਹ ਨਹੀਂ ਅਸੀਂ ਵੇਖਿਆ। ਕਹੇ ਜੀ ਸ਼ੇਰ ਤਾਂ ਇੱਕੋ ਹੀ ਸੀ। ਕਹੇ ਨਹੀਂ ਭਗਤ ਸਿੰਘ, ਚੰਗਾ ਹੋਇਆ ਤੂੰ ਦਰਖਤ 'ਤੇ ਚੜ੍ਹ ਗਿਆ, ਤੂੰ ਸ਼ੇਰ ਨੂੰ ਬਾਹਰੋਂ ਵੇਖ ਕੇ ਸ਼ੇਰ ਸਮਝ ਗਿਆ ਵੀ ਸ਼ੇਰ ਆ ਰਿਹਾ ਹੈ। ਅਸੀਂ ਅੰਦਰੋਂ ਵੇਖਿਆ ਕਿ ਭਗਵਾਨ ਆ ਰਿਹਾ ਹੈ, ਸ਼ੇਰ ਦਾ ਰੂਪ ਧਾਰਨ ਕੀਤਾ, ਭਗਵਾਨ ਆ ਰਿਹਾ। ਭਗਵਾਨ ਨੇ ਸਾਨੂੰ ਕੀ ਕਹਿਣਾ ਸੀ? ਉਹ ਆਪਣੇ ਰਾਹ ਚਲੇ ਗਏ ਸੀ, ਆਪਣੇ ਰਾਹ ਰਹੇ। ਆਹ ਫਰਕ ਹੈ। ਉਹਨੂੰ ਸ਼ੇਰ ਦਿਸ ਰਿਹਾ, ਉਹਨਾਂ ਨੂੰ ਭਗਵਾਨ ਦਿਸ ਰਿਹਾ। ਇਹਨੂੰ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਹੀ ਕਾਰਨ ਜਦੋਂ ਸਾਧੂ ਇਸ ਬਿਰਤੀ 'ਤੇ ਪਹੁੰਚ ਜਾਂਦੇ ਨੇ, ਉਹਨਾਂ ਨੂੰ ਨਾ ਕੋਈ ਸ਼ੇਰ ਮਾਰੇ, ਨਾ ਕੋਈ ਸੱਪ ਲੜੇ, ਉਹਨਾਂ ਨੂੰ ਕੁਛ ਨਹੀਂ ਕੋਈ ਕਹਿੰਦਾ। ਸਗੋਂ ਜਿਹੜੇ ਉਹਨਾਂ ਕੋਲ ਜਾਨਵਰ ਆ ਕੇ ਬਹਿੰਦੇ, ਉਹਨਾਂ ਦੇ ਸੁਭਾਅ ਹੀ ਬਦਲ ਜਾਂਦੇ ਨੇ। ਉਹਨਾਂ ਦੇ ਸਗੋਂ ਸੁਭਾਅ ਹੀ ਬਦਲ ਜਾਂਦੇ ਨੇ। ਕੁੱਤੇ ਵੀ ਬੈਠੇ ਨੇ, ਬੱਕਰੀਆਂ ਵੀ ਬੈਠੀਆਂ, ਬਘਿਆੜ ਵੀ ਬੈਠੇ ਨੇ। ਨਹੀਂ ਤਾਂ ਬਘਿਆੜ ਅਤੇ ਬੱਕਰੀ ਦਾ ਕੀ ਮੇਲ ਹੈ ਜੀ? ਖਾ ਜਾਏਗਾ ਨਹੀਂ। ਉਹ ਸਾਧੂ ਦੇ ਕੋਲ ਬੈਠੇ ਨੇ, ਸਾਧੂ ਦੇ ਕੋਲ ਬੈਠਣ ਕਰਕੇ ਉਹਨਾਂ ਦੇ ਸੁਭਾਅ ਹੀ ਬਦਲ ਗਏ ਨੇ। ਆਹ ਬਦਲ ਗਏ। ਐਵੇਂ ਨਹੀਂ ਲੋਕ ਸਾਧੂ ਦੀ ਸੰਗਤ ਕਰਦੇ। ਕਹਿੰਦੇ ਸਾਧੂ ਚਾਹੇ ਬੋਲੇ ਚਾਹੇ ਨਾ ਬੋਲੇ, ਉਹਦੇ ਸਾਹਮਣੇ ਬਹਿਣਾ ਹੀ ਬੜੀ ਵੱਡੀ ਗੱਲ ਹੁੰਦੀ ਹੈ। ਉਹਦੇ ਅੰਦਰ ਜਿਹੜੇ ਵੇਵਜ਼ ਨਿਕਲਦੀਆਂ ਨੇ, ਉਹਨੇ ਇੰਨਾ ਨਾਮ ਜਪਿਆ ਹੁੰਦਾ, ਇੰਨੀਆਂ ਸਟਰੋਂਗਸ ਉਹਦੇ ਵਿੱਚੋਂ ਲਹਿਰਾਂ ਸਾਧੂ 'ਚ ਨਿਕਲ ਰਹੀਆਂ ਹੁੰਦੀਆਂ, ਉਹ ਸਾਡੇ ਟਕਰਾਉਂਦੇ ਨਾ ਕੇ ਸਾਨੂੰ, ਸਾਡੇ ਵਿਚਾਰਾਂ ਨੂੰ ਬਦਲ ਦਿੰਦੇ। ਬਿਨਾਂ ਬੋਲਿਆ ਹੀ ਸਾਡੇ ਵਿਚਾਰ ਬਦਲਣੇ ਸ਼ੁਰੂ ਹੋ ਜਾਂਦੇ ਨੇ। ਤਾਂ ਹੀ ਸਿਆਣੇ ਕਹਿੰਦੇ, ਜੇ ਤੁਸੀਂ ਕਿਸੇ ਸਾਧੂ ਦੇ ਸਾਹਮਣੇ ਬੈਠੋ, ਅਗਰ ਤੁਹਾਡਾ ਸਿਮਰਨ ਚਾਲੂ ਨਾ ਹੋਵੇ, ਕਹਿੰਦੇ ਜਾਂ ਤਾਂ ਉਹ ਸਾਧੂ ਨਹੀਂ, ਅਤੇ ਜਾਂ ਫਿਰ ਤੁਸੀਂ ਪੱਥਰ ਹੋ, ਵੀ ਤੁਸੀਂ ਕੁਛ ਮਹਿਸੂਸ ਹੀ ਨਹੀਂ ਕਰ ਰਹੇ। ਸਾਧੂ ਦੇ ਸਾਹਮਣੇ ਬਹਿ ਕੇ ਕਹਿੰਦੇ ਸਿਮਰਨ ਕਿਉਂ ਨਾ ਚਾਲੂ ਹੋਵੇ?
ਇਸ ਲਈ ਸਾਧੂ ਦੀ ਸੰਗਤ ਕਰਨਾ ਇਹ ਬਹੁਤ ਵੱਡੀ, ਘੱਟ ਮਿਹਨਤ ਕਰਨੀ ਪੈਂਦੀ। ਸਾਧਕ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਬਹੁਤੀ ਘਾਲਣ ਨਹੀਂ ਘਾਲਣੀ ਪੈਂਦੀ, ਉਹਨਾਂ ਦੀ ਕਿਰਪਾ ਹੁੰਦੀ ਰਹਿੰਦੀ ਸਹਿਜ। ਆਪਾਂ ਉਹਨਾਂ ਦੇ ਆਖੇ ਲੱਗੀ ਜਾਓ। 7 ਸਾਲ ਹੀ ਕੁੱਲ ਰਹੇ ਨਾ ਭਾਈ ਲਹਿਣਾ ਜੀ, ਕੁੱਲ 7 ਸਾਲ ਗੁਰੂ ਨਾਨਕ ਦੇ ਕੋਲ ਰਹੇ। ਦੇਖੋ 7 ਸਾਲਾਂ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਦੀ ਸੇਵਾ ਕੀਤੀ, ਉਹਨਾਂ ਦਾ ਹੁਕਮ ਮੰਨਿਆ। 7 ਸਾਲਾਂ 'ਚ ਸਾਰੀ ਪ੍ਰਾਪਤੀ ਕਰ ਲਈ। ਸਾਨੂੰ 7 ਜਨਮ ਸ਼ਾਇਦ ਲੱਗ ਜਾਣ, 5 ਜਨਮ ਤਾਂ ਮੈਨੂੰ ਲੱਗਿਆ ਹੋਇਆ ਹੋ ਗਏ ਤਾਂ ਜੇ ਕੋਈ ਗੱਲ ਨਹੀਂ ਬਣੀ, ਪਤਾ ਨਹੀਂ ਕਿੰਨੇ ਜਨਮ ਹੋਰ ਗੱਲ ਜਾ ਕੇ ਬਣੇਗੀ। ਅਤੇ ਉਹਦੇ ਕੋਲ 7 ਸਾਲ ਰਹੇ। 7 ਸਾਲ ਰਹੇ ਕਿਉਂ? ਉਹਨਾਂ ਨੇ ਸੰਸਾਰ ਦੀ ਐਡੀ ਉੱਚੀ ਰੂਹ ਦੀ 7 ਸਾਲ ਸੰਗਤ ਕੀਤੀ ਹੈ, ਕੋਈ ਮਾੜੇ ਤੀੜੇ ਦੀ ਨਹੀਂ ਕੀਤੀ ਹੈ। ਗੁਰੂ ਨਾਨਕ ਦੀ ਸੰਗਤ ਕੀਤੀ। ਕੁੱਡੇ ਵੱਡੇ ਮਗਰਲੇ ਭਾਗ ਹੋਣੇ ਨੇ ਕਿ ਗੁਰੂ ਨਾਨਕ ਦੇਵ ਦੀ ਉਹਨਾਂ ਨੂੰ ਸੰਗਤ ਪ੍ਰਾਪਤ ਹੋਈ। ਸੋ ਇਸ ਲਈ ਕਹਿੰਦੇ ਤਿੱਥੈ ਲੋ ਲੋ ਆਕਾਰ। ਉਹ ਤੇ ਕਈ ਆਕਾਰਾਂ ਦੀਆਂ ਧਰਤੀਆਂ ਨੇ ਸੱਚਖੰਡ 'ਚ। ਪਹਿਲਾਂ ਸੀ ਤਿੱਥੈ ਖੰਡ ਮੰਡਪ ਬ੍ਰਹਮੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਉੱਥੇ ਕਿੰਨੇ ਹੀ ਖੰਡ, ਕਿੰਨੇ ਹੀ ਮੰਡਲ, ਕਿੰਨੇ ਬ੍ਰਹਮੰਡ ਨੇ, ਉਹਨਾਂ ਦਾ ਅੰਤ ਹੀ ਕੋਈ ਨਹੀਂ ਹੈ। ਤਿੱਥੈ ਲੋ ਲੋ ਆਕਾਰ। ਮੈਂ ਦੱਸੇ ਲੋਏ ਧਰਤੀ ਹੁੰਦੀ ਇੱਕ ਵਚਨ, ਲੋ ਧਰਤੀਆਂ। ਉੱਥੇ ਕਈ ਆਕਾਰਾਂ ਦੀਆਂ ਧਰਤੀਆਂ ਨੇ, ਕੋਈ ਵੱਡੀ, ਕੋਈ ਛੋਟੀ, ਕੋਈ ਬਹੁਤ ਵੱਡੀ, ਕੋਈ ਦਰਮਿਆਨੀ, ਅੱਡ ਅੱਡ ਆਕਾਰਾਂ ਦੀਆਂ ਧਰਤੀਆਂ ਨੇ। ਜਿਵ ਜਿਵ ਹੁਕਮ ਤਿਵੇਂ ਤਿਵੇਂ ਕਾਰ। ਜਿਵੇਂ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ, ਇਵੇਂ ਇਵੇਂ ਉਸੇ ਤਰ੍ਹਾਂ ਜੀਵ ਕਰਮ ਕਰਦੇ ਹਨ। ਉੱਥੇ ਇਹ ਪਤਾ ਲੱਗਦਾ ਵੀ ਹਾਂ, ਇਹ ਮਨੁੱਖ ਆਪਣੀ ਮਰਜ਼ੀ ਨਹੀਂ ਕਰ ਰਿਹਾ, ਇਹ ਤਾਂ ਜਿਵੇਂ ਉਹਦਾ ਹੁਕਮ ਹੈ ਉਵੇਂ ਉਵੇਂ ਕਾਰ ਕਰ ਰਹੇ ਹਨ। ਵੇਖੈ ਵਿਕਸੈ ਕਰ ਵਿਚਾਰ। ਫਿਰ ਉਹ ਕਿ ਜੋ ਕੁਛ ਉਸਨੇ ਬਣਾਇਆ ਹੈ ਉਸ 'ਤੇ ਵਿਚਾਰ ਕਰਦਾ, ਉਸ ਵੇਖਦਾ ਹੈ, ਫਿਰ ਵਿਕਸੈ ਖੁਸ਼ ਹੁੰਦਾ ਹੈ। ਦੁਖੀ ਨਹੀਂ ਹੁੰਦਾ ਪਰਮਾਤਮਾ। ਉਹ ਤਾਂ ਜੋ ਕੁਛ ਉਸਨੇ ਬਣਾਇਆ ਨਾ ਉਹਨੂੰ ਵੇਖ ਕੇ ਖੁਸ਼ ਹੁੰਦਾ ਹੈ। ਨਾਨਕ ਕਥਨਾ ਕਰੜਾ ਸਾਰ। ਸਾਰ ਹੁੰਦਾ ਲੋਹਾ। ਜਿਵੇਂ ਲੋਹਾ ਸਖਤ ਹੁੰਦਾ ਨਾ, ਉਸ ਜਿਹੜੇ ਜੋ ਕੋਈ ਸੱਚਖੰਡ ਵਿੱਚ ਹੈ ਉਸ ਦਾ ਵਰਣਨ ਕਰਨਾ ਬਹੁਤ ਮੁਸ਼ਕਿਲ ਹੈ। ਆਪ ਇੰਨਾ ਕੁਛ ਸੱਚਖੰਡ 'ਚ ਜਾ ਕੇ ਪਤਾ ਲੱਗਦਾ ਕਿ ਉਹਨਾਂ ਦਾ ਵਰਣਨ ਕਰਨਾ ਬਹੁਤ ਮੁਸ਼ਕਿਲ ਹੈ। ਸੋ ਇਸ ਲਈ ਸੱਚਖੰਡ ਦਾ ਪ੍ਰਾਪਤੀ ਕਿਸੇ ਵਿਰਲੇ ਟਾਵੇਂ ਨੂੰ ਹੁੰਦਾ ਹੈ। ਸੱਚਖੰਡ 'ਚ ਪਹੁੰਚ ਕੇ ਵੀ 4 ਅਵਸਥਾਵਾਂ ਮਹਾਤਮਾ ਕਹਿੰਦੇ, 4 ਅਵਸਥਾ। ਇੱਕ ਹੈ ਸੱਚਖੰਡ ਵਿੱਚ ਪ੍ਰਵੇਸ਼ ਕਰਨਾ। ਜਿਵੇਂ ਉੱਥੇ ਕੋਈ ਦਰਵਾਜ਼ੇ ਦੇ ਕੋਲ ਆ ਕੇ ਬਹਿ ਗਿਆ, ਆਪਾਂ ਕਹਿੰਦੇ ਗੁਰਦੁਆਰਾ ਸਾਹਿਬ 'ਚ ਆ ਗਏ, ਉੱਥੇ ਬਹਿ ਗਏ। ਪਰਮਾਤਮਾ ਮੰਨ ਲਓ ਜਿੱਥੇ ਮੈਂ ਬੈਠਾ ਇੱਥੇ ਪਰਮਾਤਮਾ ਬੈਠਾ, ਇਹ ਗੁਰੂ ਗ੍ਰੰਥ ਸਾਹਿਬ 'ਚ ਵੀ ਇਹ ਪਰਮਾਤਮਾ ਬੈਠਾ, ਇੱਕ ਉੱਥੇ ਬੈਠਾ। ਇੱਕ ਥੋੜ੍ਹੇ ਨੇੜੇ ਆ ਗਏ, ਉਹ ਦੂਜੀ ਅਵਸਥਾ। ਜਿਹਨੇ ਉਸ ਨਾਲੋਂ ਵੱਧ ਭਜਨ ਬੰਦਗੀ ਕੀਤੀ ਸੀ ਉਹ ਨੇੜੇ ਆ ਗਿਆ ਹੈ। ਤੀਜੀ ਅਵਸਥਾ ਪਰਮਾਤਮਾ ਦੇ ਨਾਲ ਬਹਿ ਜਾਣਾ। ਜੇ ਪੱਟਾਂ ਦੇ ਸਵੰਗੇ 'ਚ ਆਉਂਦਾ ਵੀ ਚੌਥੇ ਪਾਤਸ਼ਾਹ ਪਰਮਾਤਮਾ ਦੇ ਨਾਲ ਸਿੰਘਾਸਣ 'ਤੇ ਜਾ। ਪਰਮਾਤਮਾ ਨੇ ਕਿਹਾ ਮੇਰੇ ਸਿੰਘਾਸਣ 'ਤੇ ਆ ਕੇ ਮੇਰੇ ਨਾਲ ਬਹਿ ਜਾ। ਉਹਦੇ ਨਾਲ ਬਹਿ ਕੇ ਤੀਜੀ ਅਵਸਥਾ। ਚੌਥੀ ਅਵਸਥਾ ਪਰਮਾਤਮਾ ਵਿੱਚ ਪ੍ਰਵੇਸ਼ ਕਰ ਜਾਣਾ। ਜਦੋਂ ਚੌਥੀ ਅਵਸਥਾ ਕਿਸੇ 'ਤੇ ਆਉਂਦੀ ਹੈ ਉਹ ਦੁਬਾਰਾ ਸੰਸਾਰ 'ਤੇ ਨਹੀਂ ਆਉਂਦਾ। ਬਾਕੀ ਤਿੰਨਾਂ ਨੂੰ ਪਰਮਾਤਮਾ ਵਾਰੀ ਵਾਰੀ ਸੰਸਾਰ 'ਤੇ ਭੇਜਦਾ ਰਹਿੰਦਾ ਕਿ ਜਾਓ ਭਾਈ ਤੁਸੀਂ। ਉਹ ਡਿਊਟੀਆਂ ਲਾ ਕੇ ਉਹਨਾਂ ਦੇ ਭੇਜਦਾ। ਹੁੰਦੇ ਉਹ ਮੁਕਤ ਨੇ, ਉਹ ਆਤਮਾਵਾਂ ਮੁਕਤ ਹੁੰਦੀਆਂ ਨੇ, ਪਰ ਉਹਨਾਂ ਦੀ ਡਿਊਟੀਆਂ ਲਾ ਕੇ ਸੰਸਾਰ 'ਤੇ ਭੇਜਦਾ। ਤੂੰ ਆਹ ਕਰਨਾ, ਤੂੰ ਆਹ ਕਰਨਾ, ਵਾਪਸ ਤੂੰ ਇੱਥੇ ਹੀ ਆਵੇਂਗਾ, ਵਾਪਸ ਇੱਥੇ ਹੀ ਆਵੇਂਗਾ। ਜਿਵੇਂ ਜਦੋਂ ਗੁਰੂ ਗ੍ਰੰਥ ਸਾਹਿਬ 10ਵੇਂ ਪਾਤਸ਼ਾਹ ਨੇ ਦੁਬਾਰਾ ਦਮਦਮਾ ਸਾਹਿਬ ਤਿਆਰ ਕਰਵਾਇਆ, ਇਤਿਹਾਸ 'ਚ ਆਉਂਦਾ ਵੀ ਬਹੁਤ ਸਾਰੇ ਲੋਕ ਰੋਜ਼ ਕਥਾ ਸੁਣਦੇ ਸਨ।
ਦੁਪਹਿਰ ਤੱਕ ਗੁਰੂ ਮਹਾਰਾਜ ਲਿਖਾਉਂਦੇ ਸਨ, ਫਿਰ ਸ਼ਾਮ ਨੂੰ ਜਿੰਨਾ ਲਿਖਾਇਆ ਸੀ ਕਹਿੰਦੇ ਉਹਦੀ ਕਥਾ ਕਰਦੇ ਸਨ। ਉਹਨਾਂ ਦੇ ਵਿੱਚ 48 ਬੰਦੇ ਐਸੇ ਸਨ ਜਿਨ੍ਹਾਂ ਨੇ ਏਕ ਓਂਕਾਰ ਤੋਂ ਲੈ ਕੇ ਸੱਚਖੰਡ ਤੱਕ ਸਾਰੀ ਕਥਾ ਸੁਣੀ, ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਗੁਰਬਾਣੀ ਦੀ ਹੋਵੇ ਕਥਾ ਤੇ ਕਥਾ ਕਰ ਰਹੇ ਹੋ ਦਸਮ ਪਾਤਸ਼ਾਹ। ਦੇਖੋ ਗੁਰਬਾਣੀ ਦੀ ਕਥਾ ਤੇ ਮੈਂ ਵੀ ਕਰ ਰਿਹਾ, ਪਰ ਗੁਰਬਾਣੀ ਦੀ ਕਥਾ ਤੇ ਕਰ ਰਹੇ ਨੇ ਦਸਮ ਪਾਤਸ਼ਾਹ, ਤੇ ਸਾਰੀ ਸੁਣੀ, ਸਾਰੀ ਉਹਨੇ। ਉੜ ਤੇ 48 ਦੇ 48 ਜਿਉਂਦੇ ਮੁਕਤ ਹੋ ਗਏ, ਦੇਹ ਤੋਂ ਬਦੇਹ ਹੋ ਗਏ। ਉਹ ਤਾਂ ਸੱਚਖੰਡ ਨੂੰ ਜਾ ਰਹੇ ਨੇ। ਜਦੋਂ ਦਸਮ ਪਾਤਸ਼ਾਹ ਨੂੰ ਪਤਾ ਲੱਗੇ ਵੀ ਤੇ ਸਾਰੇ ਜਾ ਰਹੇ ਨੇ, ਉਹ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ, ਉਹਨੂੰ ਆਵਾਜ਼ ਮਾਰੀ ਦਸਮ ਪਾਤਸ਼ਾਹ ਨੇ, ਕਹਿੰਦੇ ਤੁਸੀਂ ਵਾਪਸ ਆਓ। ਉਹ ਦੋਨੋਂ ਰੂਹਾਂ ਵਾਪਸ ਆ ਗਈਆਂ। ਕਹਿੰਦੇ ਤੁਸੀਂ ਚੰਗੇ ਬੰਦੇ ਹੋ, ਤੁਸੀਂ ਦੱਸ ਕੇ ਹੀ ਨਹੀਂ ਸਾਨੂੰ ਚੱਲੇ, ਜੇ ਅਸੀਂ ਕਹਿੰਦੇ ਸੱਚਖੰਡ ਨੂੰ ਜਾ ਰਹੇ ਸੀ। ਕਹਿੰਦੇ ਦੀਪ ਸਿੰਘ ਜੀ, ਮਨੀ ਸਿੰਘ ਜੀ, ਤੁਸੀਂ ਸੱਚਖੰਡ ਹੀ ਜਾਵੋਗੇ, ਪਰ ਅਜੇ ਅਸੀਂ ਤੁਹਾਡੇ ਤੋਂ ਸੇਵਾ ਲੈਣੀ ਹੈ। ਅਤੇ ਫਿਰ ਭਾਈ ਮਨੀ ਸਿੰਘ ਦੇ ਬੰਦ ਕਟਾਉਣ ਦੀ ਸੇਵਾ ਲਈ, ਅਤੇ ਬਾਬਾ ਦੀਪ ਸਿੰਘ ਤੋਂ ਫਿਰ ਹਰਿਮੰਦਰ ਸਾਹਿਬ ਖਾਲੀ ਕਰਾਉਣ ਦੀ ਸੇਵਾ ਲਈ, ਅਤੇ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਸੇਵਾ ਲਈ ਅੱਗੇ ਗਏ। ਉਹ ਵੀ ਸੱਚਖੰਡ ਹੋਣੇ। ਹਾਂਜੀ, ਸੋ ਇਸ ਲਈ ਜਿਹੜੇ ਇੱਕ ਵਾਰੀ ਸੱਚਖੰਡ ਚਲੇ ਜਾਂਦੇ ਹਨ, ਉਹ ਫਿਰ ਪਰਮਾਤਮਾ ਉਹਨਾਂ ਦੀ ਡਿਊਟੀਆਂ ਲਾਉਂਦਾ ਹੈ ਕਿ ਚਲੋ ਕਿਸੇ ਨੂੰ ਗੁਰੂ ਬਣਾ ਕੇ ਭੇਜਤਾ, ਕਿਸੇ ਨੂੰ ਭਗਤ ਬਣਾ ਕੇ ਭੇਜਤਾ, ਕਿਸੇ ਨੂੰ ਸੰਤ ਬਣਾ ਕੇ ਭੇਜਤਾ। ਇਹ ਡਿਊਟੀਆਂ ਨੇ। ਹੁਣ ਜਿਨ੍ਹਾਂ ਭਗਤਾਂ ਦੀ ਬਾਣੀ ਹੈ, ਭਗਤ ਨੇ, ਗੁਰੂਆਂ ਦੀ ਬਾਣੀ ਹੈ, ਆਮ ਸੰਤ ਨੇ, ਉਹ ਡਿਊਟੀਆਂ ਲਾ ਕੇ ਭੇਜਦਾ। ਇਹ ਤੋਂ ਡਿਊਟੀਆਂ ਲੱਗੀਆਂ ਹੁੰਦੀਆਂ। ਉਹੀ ਬੰਦਾ ਆਪਣੀ ਡਿਊਟੀ ਕਰਕੇ ਸਰੀਰ ਤਿਆਗਣ ਤੋਂ ਬਾਅਦ ਫਿਰ ਸੱਚਖੰਡ ਪ੍ਰਵੇਸ਼ ਕਰ ਜਾਂਦਾ ਹੈ। ਇਸ ਲਈ ਕਹਿੰਦੇ ਉੱਥੋਂ ਦਾ ਵਰਣਨ ਕਰਨਾ ਬਹੁਤ ਔਖਾ ਹੈ। ਅੱਗੇ ਕਹਿੰਦੇ ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਜ਼ਰ ਕਰਮ ਤਿਨ ਕਾਰ, ਨਾਨਕ ਨਜ਼ਰੀ ਨਜ਼ਰ ਨਿਹਾਲ। ਜਤ ਉੱਚਾ ਆਚਰਣ, ਪਹਾਰਾ ਦੁਕਾਨ ਨੂੰ ਕਹਿੰਦੇ, ਜਿਵੇਂ ਸੁਨਿਆਰ ਦੀ ਦੁਕਾਨ ਹੋਵੇ, ਉੱਚਾ ਆਚਰਣ ਦੁਕਾਨ ਹੋਵੇ, ਧੀਰਜ ਸੁਨਿਆਰ, ਅਤੇ ਧੀਰਜ ਜਿਹੜਾ ਹੈ ਇਹ ਸੁਨਿਆਰ ਹੋਵੇ। ਅਹਰਨ ਮਤ, ਉਹ ਇੱਕ ਲੋਹੇ ਦਾ ਅੱਗੇ ਹੁੰਦਾ ਹੈ ਜਿਸ ਦੇ ਉੱਤੇ ਉਹ ਰੱਖ ਕੇ ਸੋਨਾ ਉਹ ਕੁੱਟਦੇ ਨੇ, ਉਹਨੂੰ ਅਹਰਨ ਕਹਿੰਦੇ ਨੇ। ਭਾਵ ਉਹ ਅਚਲ ਹੈ, ਉਹ ਹਿਲਦੀ ਜੁਲਦੀ ਨਹੀਂ ਹੈ। ਇਹ ਨਹੀਂ ਵੀ ਸੱਟਾ ਮਾਰਨਾ ਡਿੱਗ ਪੜੇ ਹਿਲਣੀ, ਅਚਲ ਹੈ ਉਹ। ਸੋ ਜਿਹੜਾ ਹੈ ਸਾਡੀ ਮਤ ਹੈ ਉਹ ਅਚਲ ਹੋਵੇ, ਅਹਰਨ ਦੀ ਤਰ੍ਹਾਂ ਹੋਵੇ। ਵੇਦ ਹਥਿਆਰ, ਅਤੇ ਜਿਹੜਾ ਹਥਿਆਰ ਜਿਹਦੇ ਨਾਲ ਉਹ ਸੋਨਾ ਕੁੱਟਦਾ ਹੈ ਉਹ ਗਿਆਨ ਹੋਵੇ, ਗਿਆਨ ਰੂਪੀ ਹਥਿਆਰ ਹੋਵੇ। ਅਹਰਨ ਰੂਪੀ ਮਤ ਹੋਵੇ, ਧੀਰਜ ਰੂਪੀ ਸੁਨਿਆਰ ਹੋਵੇ, ਉੱਚਾ ਆਚਰਨ ਰੂਪੀ ਦੁਕਾਨ ਹੋਵੇ। ਪਾਓ ਖੱਲਾ, ਖੱਲਾ ਪਹਿਲਾਂ ਨਾ ਚਮੜੇ ਦੀ ਇੱਕ ਧੌਂਕਣੀ ਹੁੰਦੀ ਸੀ, ਹਵਾ ਕਰ ਲਈ, ਉਹਨੂੰ ਮਗਰੋਂ ਦਬਾਉਂਦੇ ਸਨ। ਉਹ ਭੱਠੀ ਜਿਹੜੀ ਸੀ ਕੋਲਿਆਂ ਵਾਲੀ, ਉਹ ਹਵਾ ਜਾਂਦੀ ਸੀ, ਕੋਲੇ ਤੇਜ਼ ਅੱਗ ਤੇਜ਼ ਹੋ ਜਾਇਆ ਕਰਦੀ ਸੀ। ਅੱਜ ਕੱਲ੍ਹ ਤਾਂ ਗੈਸ ਆ ਗਏ ਨੇ, ਉਹ ਕੰਮ ਹੀ ਨਿਬੜ ਗਿਆ ਹੈ। ਅੱਜ ਕੱਲ੍ਹ ਤਾਂ ਫਿਰ ਉਦਾਹਰਨਾਂ ਦੇ ਦੇ ਕੇ ਸਮਝਾਉਣਾ ਪੈਂਦਾ ਵੀ ਖੱਲਾ ਕਿਹਨੂੰ ਕਹਿੰਦੇ ਨੇ, ਉਹਨੂੰ ਧੌਂਕਣੀ ਨੂੰ ਕਹਿੰਦੇ ਨੇ। ਹਾਂਜੀ, ਔਰ ਐਂ ਕਰਦੇ ਮਗਰੋਂ ਉਹ ਹੁੰਦਾ ਬੁਲਬੁਲੇ ਜੰਗ ਹੁੰਦੇ ਸੀ, ਐਂ ਕਰਦੇ ਸੀ, ਉਹ ਫਿਰ ਹਵਾ ਅੱਗੇ ਜਾਂਦੇ ਸੀ, ਫਿਰ ਕੋਲੇ ਤੇਜ਼ ਹੁੰਦੇ ਸੀ। ਉਹਨੂੰ ਕਹਿੰਦੇ ਧੌਂਕਣੀ, ਉਹਨੂੰ ਕਹਿੰਦੇ ਖੱਲਾ। ਭਾਵ ਨੇ ਡਰ, ਰੱਬੀ ਡਰ ਧੌਂਕਣੀ ਹੋਵੇ। ਅਗਨ ਤਪਤਾਓ, ਅਤੇ ਜਿਹੜੀ ਵਿੱਚ ਅਗਨੀ ਭੱਠੀ ਜਲ ਰਹੀ ਹੈ ਉਹ ਤਪੱਸਿਆ ਹੋਵੇ। ਫਿਰ ਕੀ ਹੋਵੇਗਾ? ਭਾਂਡਾ ਭਾਓ, ਪਿਆਰ ਦਾ ਭਾਂਡਾ ਹੋਵੇ। ਅੰਮ੍ਰਿਤ ਦੀ ਢਾਲ, ਫਿਰ ਉਹਦੇ 'ਚ ਜਿਹੜਾ ਤੂੰ ਸੋਨਾ ਜਿਹੜਾ ਹੈ ਉਹ ਗਰਮ ਕਰਕੇ ਉਸ 'ਚ ਪਾ, ਉਸ 'ਚ ਢਾਲ। ਇਸ ਤਰ੍ਹਾਂ ਕੀ ਹੋਏਗਾ? ਜਦੋਂ ਕਿਸੇ ਕੋਲ ਜਾਤ ਉੱਚਾ ਆਚਰਣ ਹੋਵੇ, ਧੀਰਜ ਹੋਵੇ, ਜਿਹੜੀ ਹੈ ਉੱਚੀ ਮੱਤ ਹੋਵੇ, ਗਿਆਨ ਹੋਵੇ, ਰੱਬੀ ਡਰ ਹੋਵੇ,
ਤਪੱਸਿਆ ਹੋਵੇ, ਪਿਆਰ ਹੋਵੇ, ਤਾਂ ਫਿਰ ਕੀ ਹੋਏਗਾ? ਘੜੀਐ ਸ਼ਬਦ ਸੱਚੀ ਟਕਸਾਲ। ਤਾਂ ਜੇ ਇਹ ਹੋਏਗੀ ਟਕਸਾਲ, ਉਹਦੇ ਸ਼ਬਦ ਹੁੰਦਾ ਜੀਵਨ। ਇੱਕ ਸ਼ਬਦ ਤਾਂ ਮੈਂ ਬੋਲ ਰਿਹਾ, ਸ਼ਬਦ ਹੁੰਦਾ ਜੀਵਨ। ਉੱਥੇ ਫਿਰ ਉਹਦਾ ਨਵਾਂ ਜੀਵਨ ਘੜਿਆ ਜਾਂਦਾ ਹੈ। ਜਿਨ ਕੋ ਨਦਰ ਕਰਮ ਤਿਨ ਕੌਰ, ਜਿਨ੍ਹਾਂ 'ਤੇ ਫਿਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਨਾ, ਫਿਰ ਉਹ ਇਹ ਕੰਮ ਕਰਦੇ ਨੇ। ਉਹ ਫਿਰ ਆਪਣੇ ਅੰਦਰ ਜਿਹੜਾ ਹੈ ਜਤ ਪੈਦਾ ਕਰ ਲੈਂਦੇ ਨੇ। ਧੀਰਜ, ਅਹਰਣ ਮਤ, ਅਚਲ ਮਤ, ਗਿਆਨ, ਰੱਬੀ ਡਰ, ਭਜਨ ਬੰਦਗੀ, ਤਪੱਸਿਆ, ਪਿਆਰ, ਇਹ ਸਾਰੀਆਂ ਚੀਜ਼ਾਂ ਰਲ ਕੇ ਐਂ ਸਮਝੋ ਕਿ ਨਵੀਂ ਟਕਸਾਲ ਦੇ ਵਿੱਚ ਉਹਦਾ ਜੀਵਨ ਘੜਿਆ ਜਾ ਰਿਹਾ ਹੈ। ਉਹਨੂੰ ਇੱਕ ਨਵਾਂ ਜੀਵਨ ਮਿਲਦਾ। ਪਹਿਲਾਂ ਆਪੇ ਹੀ ਬਦਲ ਕੇ ਜਦੋਂ ਇੰਨੇ ਗੁਣ ਪੈਦਾ ਹੋ ਗਏ ਬੰਦੇ 'ਚ। ਜਿਨ ਕੋ ਨਦਰ ਕਰਮ ਤਿਨ ਕੌਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ 'ਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਨਾਲ, ਨਦਰੀ ਪਰਮਾਤਮਾ, ਨਜ਼ਰ ਕਿਰਪਾ ਦ੍ਰਿਸ਼ਟੀ ਨਾਲ, ਨਿਹਾਲ ਇੱਕ ਤਾਂ ਹੁੰਦਾ ਵੇਖਣਾ, ਇੱਕ ਹੁੰਦਾ ਨਿਹਾਲ ਕਰ ਦੇਣਾ। ਸਿੱਖਾ ਨਿਹਾਲ ਨਿਹਾਲ ਨਿਹਾਲ। ਜਦੋਂ ਗੁਰੂ ਜਾਂ ਪਰਮਾਤਮਾ ਦੀ ਕਿਸੇ 'ਤੇ ਬੜੀ ਖੁਸ਼ੀ ਹੋਵੇ, ਉਦੋਂ ਨਿਹਾਲ ਸ਼ਬਦ ਵਰਤਿਆ ਜਾਂਦਾ। ਸਮਝੋ ਬਸ ਜੀਵਨ ਹੀ ਮੁਕਤ ਕਰਤਾ ਅਗਲੇ ਨੂੰ। ਉੱਥੇ ਫਿਰ ਪਰਮਾਤਮਾ ਜਿਹੜਾ ਹੈ ਕਿਰਪਾ ਦ੍ਰਿਸ਼ਟੀ ਉਹਨਾਂ ਨਾਲ ਵੇਖਦਾ ਅਤੇ ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ। ਅੱਗੇ ਸ਼ਲੋਕ। ਇਹ ਸ਼ਲੋਕ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਹਿੰਦੀ ਪੰਜਾਬੀ 'ਚ ਆਮ ਪ੍ਰਚਲਿਤ ਹੋ ਗਿਆ ਹੈ। ਇਹਨੂੰ ਸ਼ਲੋਕ ਨਹੀਂ ਪੜ੍ਹਨਾ। ਜਿਸ ਭਾਸ਼ਾ ਦਾ ਸ਼ਬਦ ਹੋਵੇ ਉਹਦੇ ਅਨੁਸਾਰ ਉਸਦਾ ਉਚਾਰਨ ਕਰਨਾ ਚਾਹੀਦਾ ਹੈ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਸ਼ਲੋਕ। ਜਿਵੇਂ ਦੀਦਨ, ਉਂਝ ਦੱਦੇ ਨੂੰ ਬਿਹਾਰੀ, ਦੱਦੇ 'ਤੇ ਟਿੱਪੀ ਗੁਰਬਾਣੀ 'ਚ। ਉਂਝ ਜੇ ਸੰਸਕ੍ਰਿਤ ਹੁੰਦਾ ਸ਼ਬਦ ਫਿਰ ਪੜ੍ਹੇ ਦੀਦੰਗ, ਜਿਵੇਂ ਸਹਿਭੰਗ ਕਰੇ ਕਿ ਨਹੀਂ ਆਪਾਂ, ਫਿਰ ਉਹਨੂੰ ਕਹਿੰਦੇ ਦੀਦੰਗ ਨਹੀਂ। ਇਹ ਜਿਹੜਾ ਫਾਰਸੀ ਦਾ ਸ਼ਬਦ ਹੈ ਅਤੇ ਇਹਦਾ ਉਚਾਰਨ ਹੈ ਦੀਦਨ। ਦੀਦੇ ਜਿਹਨੂੰ ਕਹਿੰਦੇ, ਤੇਰੇ ਦੀਦੇ ਫੁੱਟ ਗਏ ਅੱਖਰ ਜਿਹਨੂੰ ਕਹਿੰਦੇ ਦੀਦਨ। ਦੀਦੇ ਅੱਖਰ ਨੂੰ ਕਹਿੰਦੇ ਨਾ, ਦੀਦਿਆਂ ਨਾਲ ਹੀ ਦੀਦਾਰ ਹੁੰਦਾ ਨਾ। ਜੇ ਅੱਖੇ ਨਹੀਂ ਤਾਂ ਦਰਸ਼ਨ ਕਿੱਥੋਂ ਹੋਣਗੇ? ਆ ਕਹਿੰਦੇ ਪਿੰਡਾਂ 'ਚ ਕਹਿੰਦੇ ਤੇਰੇ ਦੀਦੇ ਫੁੱਟ ਗਏ, ਵੀ ਤੈਨੂੰ ਦਿਸਦਾ ਨਹੀਂ ਕੀ ਕਰ ਰਿਹਾ। ਫਾਰਸੀ ਦਾ ਸ਼ਬਦ ਹੈ ਦੀਦਨ। ਉਹਨੂੰ ਦੀਦੰਗ ਨਹੀਂ ਪੜ੍ਹਨਾ, ਉਹਨੂੰ ਪੜ੍ਹਨਾ ਦੀਦਨ ਅੱਖਾਂ। ਜਿਵੇਂ ਲਿਖਿਆ ਭੁਯੰਗੰ ਸੱਪ, ਪਰ ਨਹੀਂ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਇਹਨੂੰ ਭੁਯੰਗੰ ਨਹੀਂ ਬੋਲਣਾ, ਇਹ ਹੈ ਭੁਯੰਗਮ। ਮੰਮਾ ਬੋਲਦਾ ਮਗਰ, ਕਿਉਂਕਿ ਸੰਸਕ੍ਰਿਤ ਹੈ ਅਤੇ ਸੰਸਕ੍ਰਿਤ ਸੱਪ ਨੂੰ ਕਹਿੰਦੇ ਨੇ ਭੁਯੰਗਮ। ਲਿਖਿਆ ਟਿੱਪੀ ਵਾਂਗੂ ਹੈ, ਇਸ ਲਈ ਉਹ ਸੰਸਕ੍ਰਿਤ ਦਾ ਸ਼ਬਦ ਹੈ, ਉਹਨੂੰ ਸੰਸਕ੍ਰਿਤ ਦੇ ਪੜ੍ਹਿਆ ਜਾਏ। ਫਾਰਸੀ ਦਾ ਫਾਰਸੀ ਤਰ੍ਹਾਂ ਪੜ੍ਹਿਆ ਜਾਏਗਾ, ਹਿੰਦੀ ਦਾ ਹਿੰਦੀ ਤਰ੍ਹਾਂ, ਪੰਜਾਬੀ ਦਾ ਪੰਜਾਬੀ ਦੀ ਤਰ੍ਹਾਂ। ਕੋਈ ਬ੍ਰਜ ਭਾਸ਼ਾ ਦੇ ਵਿੱਚ ਸ਼ਬਦ ਆ ਗਿਆ, ਉਹਨੂੰ ਉਸ ਤਰ੍ਹਾਂ ਪੜ੍ਹਨਾ ਪੈਂਦਾ ਹੈ, ਤਾਂ ਜਾ ਕੇ ਪਾਠ ਕਿਤੇ ਸ਼ੁੱਧ ਹੁੰਦਾ ਹੈ। ਤਾਂ ਹੁਣ ਕਹਿੰਦੇ ਪਵਨ ਗੁਰੂ, ਜਿਵੇਂ ਰੱਬ ਨੂੰ ਮਿਲਣਾ ਬਣਾ ਅਤੇ ਗੁਰੂ ਬਿਨਾਂ ਗੱਲ ਨਹੀਂ ਬਣਦੀ। ਅਤੇ ਜੇ ਸਰੀਰ ਚਲਾਉਣਾ ਤਾਂ ਹਵਾ ਤੋਂ ਬਿਨਾਂ ਨਹੀਂ ਚੱਲੇਗਾ। ਸੋ ਹਵਾ ਜਿਹੜੀ ਹੈ ਐ ਸਮਝੋ ਗੁਰੂ ਹੈ, ਪਾਣੀ ਪਿਤਾ ਹੈ। ਕਿਉਂਕਿ ਉਤਪਤੀ ਕੋਈ ਚੀਜ਼ ਪਾਣੀ ਤੋਂ ਬਿਨਾਂ ਨਹੀਂ ਹੋ ਸਕਦੀ, ਸਭ ਸੁੱਕ ਸੜ ਜਾਏਗਾ। ਐਕਚੁਅਲੀ ਸਾਡਾ ਜੀਵਨ ਸੂਰਜ 'ਤੇ ਨਿਰਭਰ ਕਰਦਾ। ਜੇ ਸੂਰਜ ਨਾ ਹੋਵੇ ਕੁਛ ਵੀ ਨਹੀਂ ਇਸ ਧਰਤੀ 'ਤੇ ਹੋਵੇਗਾ, ਸਭ ਖਤਮ ਹੋ ਜਾਏਗਾ। ਤੁਸੀਂ ਨੋਟ ਕੀਤਾ ਉਹਨੇ ਕੈਨੇਡਾ, ਜਿਹੜਾ ਉੱਪਰਲਾ 40% ਕੈਨੇਡਾ ਠੀਕ ਹੈ, ਜਿਹੜਾ ਅਮਰੀਕਾ ਵਾਲੇ ਪਾਸੇ, ਉੱਪਰ 60% ਜਿਹੜਾ ਕੈਨੇਡਾ ਹੈਗਾ ਉਹ ਬਰਫ਼ ਹੀ ਬਰਫ਼ ਪੈਂਦੀ ਹੈ, ਕਿਉਂਕਿ ਉੱਥੇ ਸੂਰਜ ਦੀ ਕਿਰਨਾਂ ਹੀ ਨਹੀਂ ਪੂਰੀਆਂ ਪੈਂਦੀਆਂ। ਉੱਥੇ ਜਿਹੜਾ ਹੈ ਕੁਝ ਦਿਨਾਂ ਲਈ ਬਸ ਸੂਰਜ ਨਿਕਲਦਾ ਹੈ, ਇਸ ਲਈ ਬਰਫ਼ ਹੀ ਬਰਫ਼, ਬਰਫ਼ ਹੀ ਬਰਫ਼ ਹੁੰਦੀ ਹੈ। ਜਿੱਥੇ ਸੂਰਜ ਨਹੀਂ ਹੈ ਉੱਥੇ ਕੋਈ ਚੀਜ਼ ਪੈਦਾ ਨਹੀਂ ਹੋ ਸਕਦੀ। ਅਸੀਂ ਵੀ ਜੇ ਜਿਉਂਦੇ ਹਾਂ ਤਾਂ ਸੂਰਜ ਕਾਰਨ ਜਿਉਂਦੇ ਹਾਂ। ਹੁਣ ਤੁਸੀਂ ਕੋਈ ਬੂਟਾ ਲੈ ਲਓ, ਸੂਰਜ ਦੀਆਂ ਕਿਰਨਾਂ ਪੱਤਿਆਂ 'ਤੇ ਪੈਂਦੀਆਂ ਨੇ ਤਾਂ ਉਹ ਬੂਟਾ ਜਾ ਕੇ ਪ੍ਰਫੁੱਲਿਤ ਹੁੰਦਾ। ਤੁਸੀਂ ਪੱਤੇ ਸਾਰੇ ਖਤਮ ਕਰ ਦਿਓ ਕਿਸੇ ਦਰੱਖਤ ਦੇ, ਕੋਈ ਪੱਤਾ ਨਾ ਰਹਿਣ ਦਿਓ, ਉਹ ਸੁੱਕ ਜਾਏਗਾ।
ਕਿਉਂਕਿ ਜਿਹੜੀ ਉਹਨੂੰ ਐਨਰਜੀ ਸੂਰਜ ਤੋਂ ਮਿਲਣੀ ਸੀ ਉਹ ਮਿਲ ਹੀ ਨਹੀਂ ਰਹੀ। ਹਾਂਜੀ, ਇਸੇ ਤਰ੍ਹਾਂ ਜਿਹੜਾ ਹੈ ਹਵਾ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ, ਅਤੇ ਪਾਣੀ ਤੋਂ ਬਿਨਾਂ ਕਿਸੇ ਚੀਜ਼ ਦੀ ਉਤਪਤੀ ਨਹੀਂ ਹੋ ਸਕਦੀ। ਤਾਂ ਕਹਿੰਦੇ ਪਹਿਲਾ ਪਾਣੀ ਜੀਵ ਹੈ। ਪਹਿਲਾ ਸਾਚੇ ਤੇ ਪਵਨਾ ਪਿਆ, ਪਰਮਾਤਮਾ ਤੋਂ ਹਵਾ ਬਣੀ, ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਹਵਾ ਤੋਂ ਫਿਰ ਪਾਣੀ ਬਣਿਆ, ਜਲ ਤੇ ਤ੍ਰਿਪਣ, ਜਲ ਤੋਂ ਫਿਰ ਸਾਰਾ ਸੰਸਾਰ ਹੀ ਬਣਿਆ ਹੋਇਆ। ਅੱਗੇ ਜਿਹੜੀ ਉਤਪਤੀ ਹੋਈ ਉਹ ਸਾਰੀ ਪਾਣੀ ਤੋਂ ਹੋਈ। ਜਿਹੜਾ ਪਹਿਲਾ ਜੀਵ ਸੀ ਇੱਕ ਸੈੱਲ ਵਾਲਾ, ਉਹ ਫਿਰ ਪਾਣੀ ਤੋਂ ਅੱਗੇ ਬਣਿਆ। ਇਸ ਲਈ ਹਵਾ ਜਿਵੇਂ ਗੁਰੂ ਹੁੰਦਾ ਨਾ ਮਹਾਨਤਾ, ਇਸ ਤਰ੍ਹਾਂ ਹਵਾ ਦੀ ਹੈ। ਪਾਣੀ ਪਿਤਾ ਦੇ ਸਮਾਨ ਹੈ। ਮਾਤਾ ਧਰਤ ਮਹਿਤ, ਇਹਨੂੰ ਮਹੱਤ ਨਹੀਂ ਪੜ੍ਹਨਾ, ਇਹ ਮਹਿਤ ਹੈ। ਇਹ ਹਿੰਦੀ ਦਾ ਸ਼ਬਦ ਹੈ, ਇਹ ਹਿੰਦੀ ਦਾ ਸ਼ਬਦ ਹੈ। ਮੰਮਾ ਹਾਹਾ ਤੱਤਾ ਮਹਿਤ। ਕਈ ਹਿੰਦੀ ਦੇ ਸ਼ਬਦ ਤੱਤੇ ਨੂੰ ਔਂਕਣ ਲੱਗਾ ਹੁੰਦਾ, ਜਿਵੇਂ ਵਸਤੂ ਜਿਹਨੂੰ ਆਪਾਂ ਕਹਿੰਦੇ ਵਸਤ, ਵਾਵਾ ਸੱਸਾ ਤੱਤੇ ਨੂੰ ਔਂਕਣ, ਆਪਾਂ ਉਹਨੂੰ ਵਸਤ ਬੋਲਦੇ ਹਾਂ। ਪਰ ਜਦੋਂ ਲਿਖਿਆ ਜਾਏਗਾ ਤੱਤੇ ਨੂੰ ਔਂਕੜ ਨਾਲ ਲਿਖਿਆ ਜਾਏ ਹਿੰਦੀ 'ਚ, ਉਂਝ ਅਸੀਂ ਉਸ ਨੂੰ ਨਹੀਂ ਲਿਖਦੇ, ਗਲਤ ਹੋ ਜਾਏਗਾ। ਹਿੰਦੀ ਦਾ ਸ਼ਬਦ ਹੈ ਵਸਤੂ, ਉਹ ਹਮੇਸ਼ਾ ਔਂਕੜ ਨਾਲ ਲਿਖਿਆ ਜਾਏਗਾ ਹਿੰਦੀ 'ਚ। ਵਾਵਾ ਸੱਸਾ ਤੱਤੇ ਨੂੰ ਛੋਟੀ ਊਕੀ ਮਾਤਰਾ, ਜਿਹਨੂੰ ਆਪਾਂ ਔਂਕੜ ਕਹਿੰਦੇ, ਉਹ ਕਹਿੰਦੇ ਛੋਟੀ ਊਕੀ ਮਾਤਰਾ। ਹਿੰਦੀ 'ਚ ਵਸਤੂ ਜਿਹੜਾ ਸ਼ਬਦ ਲਿਖਦੇ ਆ ਔਂਕੜ ਤੋਂ ਬਿਨਾਂ ਨਹੀਂ ਲਿਖਿਆ ਜਾਂਦਾ, ਉਹ ਹੈ ਤਤ ਸਮ ਸ਼ਬਦ। ਕਈ ਤਤ ਸਮ ਸ਼ਬਦ ਹੀ ਗੁਰਬਾਣੀ 'ਚ ਉਸੇ ਤਰ੍ਹਾਂ ਆ ਗਏ ਨੇ, ਕਈ ਤਾਂ ਤਦ ਭਾ ਬਣ ਗਏ ਵੀ ਚੇਂਜ ਆ ਗਏ, ਕਈ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਸ਼ਬਦ ਨਹੀਂ। ਹਿੰਦੀ ਦੇ ਵਿੱਚ ਜਿਹੜਾ ਹੈ ਇਹ ਮਹਿਤ ਹੈ। ਇਹਦਾ ਉਚਾਰਨ ਮਹਿਤ ਦਾ ਮਤਲਬ ਵੱਡੀ, ਮਹਿਤ ਦਾ ਮਤਲਬ ਹੈ ਵੱਡੀ ਜਾਂ ਮਹਾਨ। ਇਸੇ ਜਦੋਂ ਵੀ ਆਵੇ ਇਸ ਨੂੰ ਮਹੱਤ ਨਹੀਂ ਪੜ੍ਹਨਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ, ਇਹਨੂੰ ਮਹਿਤ ਪੜ੍ਹਨਾ ਕਿ ਖਿਆਲ ਰੱਖਣਾ। ਔਖਾ ਤਾਂ ਹੋਊਗਾ, ਜਿਵੇਂ ਦਰਗਾਹ ਹੈ ਬੋਲਣ ਦੀ ਆਦਤ ਸੀ, ਹੌਲੀ 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 ਵੀ ਆਪ ਦਰਗਾਹ 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 ਕਰਦੇ ਰਹੋਗੇ, ਹੌਲੀ ਹੌਲੀ ਫਿਰ ਮੂੰਹ 'ਤੇ ਚੜ੍ਹ ਜਾਏਗਾ। ਪਹਿਲਾਂ ਅਜੀਬ ਲੱਗਿਆ ਹੋਣਾ ਤੁਹਾਨੂੰ, ਕਿਉਂ? ਉਹ ਮੂੰਹ 'ਤੇ ਦਰਗਾਹ ਚੜ੍ਹਿਆ ਹੋਇਆ ਸੀ। ਮੈਂ ਆਪ 25 ਸਾਲ ਦਰਗਾਹ ਪੜ੍ਹਾਉਂਦਾ ਰਿਹਾ। ਮੈਂ ਐਵੇਂ ਕਹਾਂ, ਇਹ ਤਾਂ ਜਦੋਂ ਮੈਂ ਕਿਤਾਬ ਲਿਖਣੀ ਸੀ। ਹੁਣ ਆਖਰ ਕਿਤਾਬ ਦੇਖੋ, ਮੂੰਹ ਜ਼ਬਾਨੀ ਕੋਈ ਗੱਲ ਦੱਸਣਾ ਹੋਰ ਗੱਲ, ਜੋ ਲਿਖਤ 'ਚ ਆਵੇਗੀ ਤਾਂ ਫਿਰ ਬੜਾ ਖਿਆਲ ਰੱਖਣਾ ਪੈਂਦਾ। ਮੈਂ ਉਸ ਤਰ੍ਹਾਂ ਬੋਲ ਰਿਹਾ, ਇਹ ਹੋਰ ਗੱਲ ਹੈ। ਹੁਣ ਮੈਨੂੰ ਪਤਾ ਹੈ ਵੀ ਜੋ ਮੈਂ ਬੋਲ ਰਿਹਾ ਵਰਲਡ 'ਚ ਜਾ ਰਿਹਾ ਹੈ, ਮੈਨੂੰ ਬੜੇ ਧਿਆਨ ਨਾਲ ਬੋਲਣਾ ਪਊਗਾ। ਇਹਨੂੰ ਹਟਾ ਦਿਓ, ਫਿਰ ਆਪਾਂ ਜਿਵੇਂ ਘਰ 'ਚ ਗੱਲਾਂ ਕਰਦੇ ਹਾਂ, ਮੈਂ ਤੁਹਾਡੇ ਇਸ ਤਰ੍ਹਾਂ ਗੱਲਾਂ ਕਰਾਂਗਾ। ਵੀ ਜੇ ਪਰਿਵਾਰ ਨਾਲ ਵੱਡਾ ਬੰਦਾ ਗੱਲਾਂ ਕਰ ਰਿਹਾ, ਫਿਰ ਮੈਂ ਇਸ ਤਰ੍ਹਾਂ ਤੁਹਾਨੂੰ ਸਮਝਾਵਾਂਗਾ। ਪਰ ਕਿਉਂਕਿ ਮੇਰੀ ਕਥਾ ਹੁਣ ਵਰਲਡ 'ਚ ਜਾ ਰਹੀ ਹੈ, ਮੈਨੂੰ ਬੜਾ ਸੋਚ ਕੇ ਜ਼ਰਾ ਬੋਲਣਾ ਪੈਂਦਾ ਵੀ ਹਾਂ ਇਹ ਜਾਊਗੀ ਦੂਰ ਦੂਰ ਤੱਕ ਇਹ ਗੱਲ ਜਾਣੀ ਹੈ। ਹੁਣ ਉਹ ਜਦੋਂ ਡਿਕਸ਼ਨਰੀ ਕਿਸਮ ਦੀ ਤਿਆਰ ਹੋ ਰਹੀ ਹੈ, ਤਾਂ ਫਿਰ ਜੇ ਹੁਣ ਡਿਕਸ਼ਨਰੀ ਹੀ ਗਲਤ ਹੋਏਗੀ ਤਾਂ ਫਿਰ ਫੈਸਲਾ ਕਿ ਦੋ ਬੰਦੇ ਆਪਸ 'ਚ ਕਹਿੰਦੇ ਨਹੀਂ ਇਹਦਾ ਉਚਾਰਨ ਇਹ ਹੈ, ਦੂਜਾ ਕਹਿੰਦੇ ਨਹੀਂ ਇਹ ਹੈ, ਅਲੱਗ ਕਹਿੰਦਾ ਉਹ ਬਾਬਾ ਜੀ ਦੀ ਕਿਤਾਬ ਵੇਖ ਲਓ। ਆਰਗਾ ਕਿਤੋਂ ਦਾ ਹੋਊ ਨਾ ਉਹਨਾਂ ਦਾ, ਅਤੇ ਫਿਰ ਉੱਥੇ ਜੋ ਲਿਖਿਆ ਲੱਗ ਉਹ ਦੇਖ ਆਹ ਲਿਖਿਆ ਹੋਇਆ ਇੱਥੇ। ਇਸ ਲਈ ਪਹਿਲੀ ਕਿਤਾਬ ਨਾਲੋਂ ਵੀ ਇਹ ਦੂਜੀ ਕਿਤਾਬ 'ਤੇ ਮੈਨੂੰ ਜ਼ਿਆਦਾ ਮਿਹਨਤ ਕਰਨੀ ਪਈ। ਇੱਕ ਇੱਕ ਸ਼ਬਦ ਲਈ ਮੈਨੂੰ ਅੱਡ, ਕਦੇ ਹਿੰਦੀ ਡਿਕਸ਼ਨਰੀ ਵੇਖਦਾ ਸੀ, ਕਦੇ ਜਿਹੜਾ ਸੰਸਕ੍ਰਿਤ ਵਾਲੀ ਵੇਖਦਾ ਸੀ, ਕਦੇ ਅਰਬੀ ਫਾਰਸੀ ਵਾਲੀ ਵੇਖਦਾ ਸੀ। ਕਈ ਵਾਰੀ ਬੈਠੇ ਬੈਠੇ ਖਿਆਲ ਆ ਵੀ ਉਹ ਬਈ ਉੱਥੇ ਮੈਂ ਅੰਕਸ ਲਿਖਦਾ ਬਈ ਇਹ ਤਾਂ ਹਿੰਦੀ ਦਾ ਸ਼ਬਦ ਹੈ, ਇਹ ਤਾਂ ਅੰਕੁਸ਼ ਹੈ, ਕੱਕੇ ਨੂੰ ਔਂਕੜ ਅਤੇ ਸੱਸੇ ਦੇ ਪੈਰ 'ਚ ਬਿੰਦੀ ਹੈ। ਉੱਠਿਆ ਮੈਂ ਡਿਕਸ਼ਨਰੀ ਚੱਕੀ, ਉੱਥੇ ਲੱਭੇ, ਉੱਥੇ ਦੇ ਅੰਕੁਸ਼ ਹਿੰਦੀ 'ਚ ਲਿਖਿਆ, ਪੰਜਾਬੀ ਦਾ ਤਾਂ ਸ਼ਬਦ ਹੀ ਨਹੀਂ ਹੈ। ਅੰਕੁਸ਼ ਦਾ ਮਤਲਬ ਛੋਟਾ ਜਿਹਾ ਬਰਛਾ, ਜਿਹਦਾ ਹੈਂਡਲ ਛੋਟਾ ਹੋਵੇ, ਉਹ ਹੁੰਦਾ ਹਾਥੀ ਦੇ ਮਾਰਦੇ ਨੇ ਅਤੇ ਫਿਰ ਹਾਥੀ ਚੱਲ, ਜਿਹਨੂੰ ਕੁੰਡਾ ਕਹਿੰਦੇ ਨੇ। ਆਪਾਂ ਗੁਰਬਾਣੀ 'ਚ ਉਹਨੂੰ ਕੀ ਕਹਿੰਦੇ ਨੇ? ਹਸਤੀ ਸਿਰਜੋ। ਉੱਥੇ ਦੇਖੋ ਉੱਥੇ ਲਿਖਿਆ ਹਸਤੀ ਸਿਰਜੋ ਅੰਕਸ ਹੈ, ਅੰਕਸ ਲਿਖਿਆ ਨਾ। ਅਸਲ ਹਿੰਦੀ ਦਾ ਸ਼ਬਦ ਹੈ ਅੰਕੁਸ਼, ਪਰ ਹੁਣ ਕਿਉਂਕਿ ਉੱਥੇ ਕੱਕੇ ਨੂੰ ਔਂਕੜ ਨਹੀਂ ਲੱਗਾ, ਇਸ ਲਈ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਅੰਕਸ਼। ਉੱਥੇ ਫਿਰ ਅੱਜ ਮੈਂ ਜਾ ਕੇ ਕਰੈਕਟ ਕਰਵਾਇਆ ਉੱਥੇ। ਮੈਂ ਵੀ ਇਹਨੂੰ ਠੀਕ ਕਰੀ ਜਰਾ। ਮੈਂ ਪ੍ਰੈਸ ਵਾਲੇ ਦੇ ਗਿਆ ਜਾ ਰਿਹਾ ਕਈ ਦਿਨਾਂ ਤੋਂ ਕਰੈਕਟ ਕਰਾਉਣ ਲਈ। ਮੈਂ ਕਿਹਾ ਵੀ ਇਹਨੂੰ ਠੀਕ ਕਰੀ, ਇਹ ਰਹਿ ਗਈ ਕਸਰ। ਹਾਂਜੀ, ਐਂ ਕਈ ਵਾਰੀ ਬੈਠੇ ਬੈਠੇ ਖਿਆਲ ਆਏ ਕਈ ਸ਼ਬਦਾਂ ਦਾ। ਹਾਂਜੀ, ਉਹ ਫਿਰ ਉੱਥੇ ਫਿਰ ਡਿਕਸ਼ਨਰੀ ਵੇਖ ਕੇ ਫਿਰ ਉਹਨੂੰ ਕਰੈਕਟ ਕਰਨਾ ਪੈਂਦਾ।
ਉਂਝ ਆਨੰਦ ਬੜਾ ਮੈਨੂੰ ਆਇਆ। ਘੰਟੇ ਤਾਂ ਮੈਂ ਰੋਜ਼ 5-5 6-6 ਲੱਗਦੇ ਰਹੇ, ਪਰ ਨਹੀਂ, ਇਹ ਜਿਹੜਾ ਖੋਜ ਹੈ ਮੈਂ ਇਹ 'ਚ ਵੀ ਇੱਕ ਆਪਣਾ ਆਨੰਦ ਹੈ। ਹਾਂ, ਇਹ ਵੀ ਇੱਕ ਆਪਣਾ ਆਨੰਦ ਹੈ, ਕਿਉਂਕਿ ਪਤਾ ਨਹੀਂ ਕਿੰਨੀ ਸੰਗਤ ਦੇ ਅੱਗੇ ਲਾਭ ਉਠਾਉਣਾ ਹੁੰਦਾ ਹੈ, ਅੱਗੇ ਅੱਗੇ ਚੀਜ਼ ਜਾਂਦੀ ਹੈ। ਸੋ ਆਪਣੇ ਵੱਲੋਂ ਤਾਂ ਦਾਤੇ ਦੀ ਕਿਰਪਾ ਨਾਲ ਬਥੇਰੀ ਕੋਸ਼ਿਸ਼ ਕੀਤੀ ਹੈ, ਬਾਕੀ ਫਿਰ ਜੋ ਮਨਜ਼ੂਰ ਹੈ ਜੀ। ਸੋ ਫਿਰ ਉੱਥੇ ਮੈਂ ਦੇਖਿਆ ਨਹੀਂ, ਪਰਸੋਂ ਚੌਥੇ ਤੱਕ ਮੈਂ ਤਾਂ ਇਹ ਕਿਤਾਬ ਲਿਖਣ ਤੋਂ ਪਹਿਲਾਂ ਮੈਂ ਤਾਂ ਆਪ ਇਹਨੂੰ ਮਹੱਤ ਪੜ੍ਹਦਾ ਰਿਹਾ। ਹਾਂ, ਆਪ ਪੜ੍ਹਦਾ ਰਿਹਾ। ਹਾਂ, ਅਤੇ ਮੈਂ ਕਿਹਾ ਵੀ ਮੰਮਾ ਹਾਹਾ ਤੱਤਾ ਹੈ, ਅਤੇ ਹਾਹੇ ਤੋਂ ਪਹਿਲਾਂ ਅੱਖਰ ਮੁਕਤਾ ਹੈ, ਅਤੇ ਮੁਕਤੇ ਤੋਂ ਦਲਾਵਾਂ ਲੱਗਦੀਆਂ, ਉਹਦੇ ਅਨੁਸਾਰ ਤਾਂ ਮਹਿਤ ਚਾਹੀਦਾ ਉਚਾਰਨ। ਮੈਂ ਕਿਹਾ ਨਹੀਂ, ਐ ਨਹੀਂ ਗੱਲ ਬਣੇਗੀ। ਉਹ ਹਿੰਦੀ ਡਿਕਸ਼ਨਰੀ ਕੱਢੀ, ਉਹ 'ਚ ਲਿਖਿਆ ਮਹਿਤ, ਇਹਦਾ ਉਚਾਰਨ ਹੀ ਉੱਥੇ ਮਹਿਤ ਲਿਖਿਆ, ਅਤੇ ਅਰਥ ਲਿਖੇ ਨੇ ਵੱਡੀ ਜਾਂ ਮਹਾਨ, ਅਤੇ ਅਰਥ ਤਾਂ ਆਪਾਂ ਇਹੀ ਕਰਦੇ। ਮਾਤਾ ਧਰਤ ਮਹਿਤ, ਅਤੇ ਜਿਹੜੀ ਧਰਤੀ ਹੈ ਇਹ ਵੱਡੀ ਮਾਂ ਦੀ ਤਰ੍ਹਾਂ ਹੈ। ਦਿਵਸ ਰਾਤ ਦੋਏ ਦਾਈ ਦਾਇਆ। ਪਹਿਲਾਂ ਰਾਜੇ ਮਹਾਰਾਜ ਦਾਈ ਦਾਏ ਰੱਖੇ ਹੁੰਦੇ ਸਨ ਬੱਚੇ ਨੂੰ ਖਿਡਾਉਣ ਲਈ। ਜਿਹੜੀ ਲੇਡੀ ਹੁੰਦੀ ਉਹਨੂੰ ਦਾਈ ਕਹਿੰਦੇ ਸੀ, ਜਿਹੜਾ ਬੰਦਾ ਹੁੰਦਾ ਸੀ ਖਿਡਾਉਂਦਾ ਸੀ ਉਹਨੂੰ ਦਾਇਆ ਕਹਿੰਦੇ ਸੀ। ਦਿਨ ਅਤੇ ਰਾਤ ਦੋਨੋਂ ਦਾਈ ਦਾਇਆ ਨੇ। ਖੇਲੈ ਸਗਲ ਜਗਤ, ਅਤੇ ਸਾਰਾ ਜਗਤ ਜਿਹੜਾ ਹੈ ਉਹ ਦਾਈ ਦਾਏ ਦੇ ਕੁੱਛੜ ਚੜ੍ਹ ਕੇ ਝੋਲੀ 'ਚ ਬਹਿ ਕੇ ਖੇਡ ਰਿਹਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਧਰਮ ਨੇ ਧਰਮ ਰਾਜ। ਮਨੁੱਖ ਦੀਆਂ ਚੰਗਿਆਈਆਂ ਬੁਰਾਈਆਂ ਧਰਮ ਰਾਜ ਆਪਣੀ ਹਜ਼ੂਰੀ ਦੇ ਵਿੱਚ ਉਹ ਵਾਚਦਾ ਹੈ, ਪੜਤਾਲ ਕਰਦਾ ਹੈ, ਘੋਖ ਪੜਤਾਲ ਕਰਦਾ ਹੈ ਵੀ ਇਹਨੇ ਕਿਹੜੇ ਚੰਗੇ ਕੰਮ ਕੀਤੇ, ਕਿਹੜੇ ਬੰਦੇ ਕੀਤੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੇ ਮੈਨੇ ਕਈ, ਕੇ ਮੈਨੇ ਕਈ। ਆਪਣੇ ਕਰਮਾਂ ਕਾਰਨ ਕਈ ਰੱਬ ਦੇ ਨੇੜੇ ਹੋ ਗਏ ਅਤੇ ਕਈ ਰੱਬ ਤੋਂ ਦੂਰ ਹੋ ਗਏ। ਜਿਨ੍ਹਾਂ ਸ਼ੁਭ ਕਰਮ ਕੀਤੇ, ਭਜਨ ਬੰਦਗੀ ਕੀਤੀ, ਉਹ ਰੱਬ ਦੇ ਨੇੜੇ ਹੋ ਗਏ। ਜਿਉਂ ਜਿਉਂ ਤੁਸੀਂ ਪਰਮਾਤਮਾ ਦੇ ਨੇੜੇ ਜਾਓਗੇ ਤਿਉਂ ਤਿਉਂ ਤੁਸੀਂ ਸੁਖੀ ਹੋ ਜਾਓਗੇ। ਜਿਉਂ ਜਿਉਂ ਉਸ ਤੋਂ ਦੂਰ ਆਏ ਹੋ ਤਿਉਂ ਤਿਉਂ ਦੁਖੀ ਹੋਵੋਗੇ। ਜਿਉਂ ਜਿਉਂ ਸ਼ਿਮਲੇ ਦੇ ਨੇੜੇ ਜਾਓਗੇ ਠੰਡ ਵੱਧਦੀ ਜਾਏਗੀ, ਜਿਉਂ ਜਿਉਂ ਦੂਰ ਹੋ ਜਾਏ ਗਰਮੀ ਵੱਧਦੀ ਜਾਏਗੀ। ਪਰਮਾਤਮਾ ਆਨੰਦ ਸਰੂਪ ਹੈ। ਉਹਦੇ ਜਿਉਂ ਜਿਉਂ ਤੁਸੀਂ ਉਹਦੇ ਨੇੜੇ ਆਨੰਦ ਹੀ ਆਨੰਦ ਨਾਲ ਤੁਹਾਡੀ ਜ਼ਿੰਦਗੀ 'ਚ ਆਉਣਾ ਸ਼ੁਰੂ ਹੋ ਜਾਏਗਾ। ਜਦੋਂ ਦੂਰ ਆਵਾਂ ਫਿਰ ਆਪਣੀ ਮਰਜ਼ੀ ਕਰਾਂਗੇ ਅਤੇ ਫਿਰ ਜਿਹੜਾ ਦੁਖੀ ਹੁੰਦੇ ਰਹਾਂਗੇ। ਇਸ ਕਰਕੇ ਆਪਣੇ ਆਪਣੇ ਕਰਮਾਂ ਅਨੁਸਾਰ ਕੋਈ ਪਰਮਾਤਮਾ ਦੇ ਨੇੜੇ ਹੋ ਗਿਆ ਅਤੇ ਕੋਈ ਪਰਮਾਤਮਾ ਤੋਂ ਦੂਰ ਹੋ ਗਿਆ। ਜਿੰਨੇ ਨਾਮ ਤੇ ਜਿੰਨੀ ਨੰਨੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਜਿੰਨੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਇਹ ਮਸ਼ੱਕਤ ਫਾਰਸੀ ਦਾ ਸ਼ਬਦ ਹੈ। ਇਹਦਾ ਉਚਾਰਨ ਹੈ ਮੰਮਾ ਸੱਸੇ ਦੇ ਪੈਰ 'ਚ ਬਿੰਦੀ ਉੱਤੇ ਅਧਿਕ ਕੱਕਾ ਤੱਤਾ। ਮਸ਼ੱਕਤ ਮਿਹਨਤ ਨੂੰ ਕਹਿੰਦੇ ਫਾਰਸੀ 'ਚ। ਘਾਲਣਾ ਕਰਨਾ ਉਹ ਵੀ ਮਿਹਨਤ ਹੀ ਹੁੰਦੀ ਹੈ। ਜਿਨ੍ਹਾਂ ਨੇ ਨਾਮ ਤੇ ਆਇਆ ਸਮਝੋ ਬਹੁਤ ਮਿਹਨਤ ਕਰਕੇ ਸੰਸਾਰ ਤੋਂ ਗਏ। ਨਾਮ ਜਪਣਾ ਸੌਖਾ ਕੰਮ ਨਹੀਂ ਹੈ, ਇਹ ਸਭ ਤੋਂ ਔਖਾ ਕੰਮ ਹੈ। ਮੈਂ ਦੇਖਿਆ ਇਹ ਬੰਦੇ ਤੋਂ ਹੋਰ ਜੋ ਮਰਜ਼ੀ ਕਰਾ ਲਓ, ਇਹਨੂੰ ਕਿ ਨਾਮ ਜਪਿਆ ਕਰ। ਫਿਰ ਕਦੇ ਨੀਂਦ ਆਉਂਦੀ ਹੈ, ਕਦੇ ਕੁਛ ਆਉਂਦਾ। ਅਖਬਾਰ ਪੜ੍ਹਦਿਆਂ ਨੀਂਦ ਨਹੀਂ ਆਉਂਦੀ, ਬਾਣੀ ਪੜ੍ਹਦਿਆਂ ਆਉਂਦੀ ਹੈ। ਤਜਰਬੇ ਕਰਕੇ ਦੇਖ ਲਓ, ਮੈਨੂੰ ਤਾਂ ਆਉਂਦੀ ਹੈ। ਮੈਨੂੰ ਜਦ ਨੀਂਦ ਆਉਂਦੀ ਹੈ ਫਿਰ ਮੈਂ ਕਹਿੰਦਾ ਵੀ ਚੱਲ ਕਰਨਾ, ਲੇਟ ਕੇ ਅਖਬਾਰ ਪੜ੍ਹ ਲਓ, ਫਿਰ ਨੀਂਦ ਉੱਡ ਜਾਂਦੀ ਹੈ। ਦੇਖੋ ਤਾਂ ਮੈਂ ਜੇ ਮੇਰੇ ਵਰਗੇ ਨੂੰ ਵੀ ਅਜੇ ਨਾਮ ਜਪਣਾ ਔਖਾ ਲੱਗਦਾ ਤਾਂ ਆਮ ਬੰਦੇ ਦਾ ਕੀ ਹਾਲ ਹੋਏਗਾ। ਇਹ ਸਭ ਤੋਂ ਔਖਾ ਕੰਮ ਹੈ। ਇਸ ਲਈ ਜਿਹੜੇ ਨਾਮ ਜਪ ਕੇ ਸੰਸਾਰ ਤੋਂ ਜਦੋਂ ਸਮਝੋ ਬਹੁਤ ਭਾਰੀ ਘਾਲਣਾ ਘਾਲ ਕੇ ਜਾਂਦੇ ਹਨ। ਫਿਰ ਜਿਹੜੇ ਘਾਲਣਾ ਘਾਲਦੇ ਨਾ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਫਿਰ ਮੁਖ ਉਜਲੇ ਹੁੰਦੇ ਨੇ। ਕੇਤੀ ਛੁੱਟੀ ਨਾਲ, ਅਤੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੁੰਦੀ ਹੈ ਉਹਨਾਂ ਦਾ ਵੀ ਨਾਲ ਛੁਟਕਾਰਾ ਆ ਜਾਂਦਾ, ਪਾਰ ਉਤਾਰਾ ਹੋ ਜਾਂਦਾ ਹੈ। ਸੋ ਅੱਜ ਜਪਜੀ ਸਾਹਿਬ ਦੀ ਕਥਾ ਸਮਾਪਤ ਹੋ ਰਹੀ ਹੈ। ਕੱਲ੍ਹ ਨੂੰ ਫਿਰ ਰਹਿ ਰਸ ਦੀ ਅੱਗੇ ਕਥਾ ਸ਼ੁਰੂ ਹੋ ਜਾਣੀ ਹੈ। ਸਮਾਂ ਕਿਉਂਕਿ ਪੂਰੀ ਕਰਨੀ ਸੀ ਜਪਜੀ ਸਾਹਿਬ, ਇਸ ਕਰਕੇ ਥੋੜ੍ਹਾ ਸਮਾਂ ਵੱਧ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।